ਦੇ ਵਿੱਚ ਆਪਾਂ ਅਗਰ ਗੱਲ ਕਰੀਏ ਪੰਜਾਬੀ ਗੀਤਾਂ ਦੇ ਵਿੱਚ ਤਾਂ ਮੋਟਰ ਨੂੰ ਇੱਕ ਐਸ਼ ਪ੍ਰਸਤੀ ਦਾ ਜਿਹੜਾ ਅੱਡਾ ਦਿਖਾ ਕੇ ਪੇਸ਼ ਕੀਤਾ ਜਾਂਦਾ ਹੈ। ਬਟ ਇਹ ਟੋਟਲੀ ਇਸ ਕਰਕੇ ਸੋਚਿਆ ਗਿਆ ਕਿ ਕੁਦਰਤ ਨਾਲ ਬਹਿ ਕੇ ਆਨੰਦ ਮਾਣ ਕੇ ਕਿਤਾਬ ਪੜ੍ਹੀ ਜਾਵੇ। ਦੂਸਰੀ ਗੱਲ ਹੈ, ਅਸੀਂ ਆਪ ਨੌਜਵਾਨ ਹੋ ਕੇ ਨਾ ਕਿ ਜਦੋਂ ਆਪਾਂ ਇਹੋ ਜਿਹੇ ਕੰਮ ਵੱਲ ਨੂੰ ਜਾਂਦੇ ਹਾਂ ਅਤੇ ਪਿੰਡ ਦੇ ਆਪਣੇ ਮਤਲਬ ਜਿਹੜੇ ਕਹਿ ਲਓ ਕਿ ਸੂਝਵਾਨ ਕਹਿ ਲਓ ਜਾਂ ਮੋਹਤਵਾਰ ਕਹਿ ਲਓ, ਉਹ ਬਿਲਕੁਲ ਸਾਥ ਨਹੀਂ ਦਿੰਦੇ। ਅਤੇ ਪਹਿਲਾਂ ਉਹ ਕਹਿੰਦਾ ਲੋਕਾਂ ਨੂੰ ਇਹ ਗੁੰਮਰਾਹ ਕਰਦੇ ਆ ਕਿ ਫਲਾਣਾ ਧਗਾਣਾ ਕਰਦੇ, ਅਸੀਂ ਗਰੁੱਪ ਬਣਾਇਆ 13 ਉਹਦੇ ਵਿੱਚ ਪੋਸਟ ਪਾ ਦਈਏ ਗੁੰਮਰਾਹ ਕਰਦੇ ਆ। ਬਟ ਉਹਨੂੰ ਦੇਖੋ ਉਹਨਾਂ ਨੇ ਪੋਜ਼ਿਟਿਵ 'ਚ ਲੈ ਲਿਆ ਠੇਕਾ ਕਿਤਾਬ, ਜਿੱਥੇ ਉਹ ਇੰਨੀ ਪੋਜ਼ਿਟਿਵ ਲਿਆ ਸਕਦੇ ਆ ਕਿ ਮਤਲਬ ਕਿ ਮੇਰੇ ਵਰਗੇ ਨੂੰ ਮਤਲਬ ਚੰਗਿਆੜੀ ਦੇ ਕੇ ਕਿ ਮਤਲਬ ਕਿ ਲਾਇਬ੍ਰੇਰੀ ਖਿਲਾ ਸਕਦੇ ਮੋਟਰ 'ਤੇ। ਮਤਲਬ ਦੇਖੋ ਕਿ ਭਗਤ ਸਿੰਘ ਨੇ ਜ਼ਿਆਦਾ ਸਮਾਂ ਕਿਤਾਬਾਂ 'ਚ ਬਿਤਾਇਆ, ਜੇਲ੍ਹ 'ਚ ਵੀ ਸੀ। ਉਹਨਾਂ ਦੀ ਪਹਿਲੀ ਮੰਗ ਕੀ ਸੀ? ਸਾਨੂੰ ਇੱਥੇ ਮੈਗਜ਼ੀਨ ਮਿਲਣੀ ਚਾਹੀਦੀ, ਕਿਤਾਬਾਂ ਮਿਲਣੀਆਂ ਚਾਹੀਦੀਆਂ, ਅਖਬਾਰਾਂ ਮਿਲਣੀਆਂ ਚਾਹੀਦੀਆਂ। ਕਿ ਇਹ ਉਹਨਾਂ ਨੂੰ ਜਵਾਬ ਜਿਹੜੇ ਕਹਿੰਦੇ ਕਿਤਾਬਾਂ ਨਹੀਂ ਪੜ੍ਹਦੇ। ਅਤੇ 273 ਤੇ ਕਿਤਾਬ ਮਤਲਬ ਕਿ ਪਿੰਡ 'ਚ ਲਾਇਬ੍ਰੇਰੀ ਹੋ ਕੇ ਵੀ ਪਿੰਡ ਤੋਂ ਦੂਰ ਹੋ ਕੇ ਉੱਥੇ ਲੋਕ ਕਿਤਾਬਾਂ ਆਪ ਆ ਕੇ ਲੈ ਕੇ ਜਾਂਦੇ ਪਏ ਆ। ਤਾਂ ਇਹ ਜਿਹੜਾ ਸ਼ਬਦ ਆਈਡੀਏ ਨੇ, ਇਹ ਕੋਈ ਮਾਈਂਡ ਦੇ ਵਿੱਚ ਕਿਸੇ ਨੇ ਦੱਸਿਆ ਸੀ ਜਾਂ ਆਪਣੇ ਮਾਈਂਡ ਦੇ ਵਿੱਚ ਤੁਹਾਡੇ ਆਇਆ ਸੀ ਕਿ ਇੱਦਾਂ ਦੀ ਚੀਜ਼ ਵੀ ਇੱਕ ਬਣਾਉਣੀ ਆ? ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਸੁਖਪ੍ਰੀਤ ਸਿੰਘ। ਤੁਸੀਂ ਮੇਰੇ ਆਲੇ ਦੁਆਲੇ ਖੇਤ ਦੇਖ ਕੇ ਸੋਚ ਰਹੇ ਹੋਵੋਗੇ ਅਸੀਂ ਅੱਜ ਤੁਹਾਨੂੰ ਕੀ ਦਿਖਾਉਣ ਜਾ ਰਹੇ ਹਾਂ। ਦਰਅਸਲ ਅੱਜ ਅਸੀਂ ਇੱਕ ਮੋਟਰ 'ਤੇ ਪਹੁੰਚੇ ਹਾਂ। ਤੁਸੀਂ ਗਾਣਿਆਂ ਦੇ ਵਿੱਚ ਬਹੁਤ ਸੁਣਿਆ ਹੋਏਗਾ ਮੋਟਰ ਦੇ ਬਾਰੇ, ਜਿੱਥੇ ਇੱਕ ਐਸ਼ ਦੇ ਲਈ ਜਿਹੜਾ ਉਹਨੂੰ ਵਰਤਿਆ ਜਾਂਦਾ ਹੈ। ਗਾਣਿਆਂ ਦੇ ਵਿੱਚ ਆਪਾਂ ਅਗਰ ਗੱਲ ਕਰੀਏ ਪੰਜਾਬੀ ਗੀਤਾਂ ਦੇ ਵਿੱਚ ਤਾਂ ਮੋਟਰ ਨੂੰ ਇੱਕ ਐਸ਼ ਪ੍ਰਸਤੀ ਦਾ ਜਿਹੜਾ ਅੱਡਾ ਦਿਖਾ ਕੇ ਪੇਸ਼ ਕੀਤਾ ਜਾਂਦਾ ਹੈ। ਪਰ ਅੱਜ ਅਸੀਂ ਜਿਹੜੀ ਮੋਟਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਇਹ ਮੋਟਰ ਇੱਕ ਅਜਿਹੀ ਮੋਟਰ ਹੈ ਜਿਹਨੂੰ ਦੇਖ ਕੇ ਤੁਹਾਡਾ ਮਨ ਵੀ ਖੁਸ਼ ਹੋਏਗਾ ਔਰ ਤੁਸੀਂ ਸੋਚੋਗੇ ਕਿ ਇਹੋ ਜਿਹੀ ਮੋਟਰ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ। ਔਰ ਕਿਉਂ ਹੋਣੀ ਚਾਹੀਦੀ ਹੈ ਉਹ ਤੁਹਾਨੂੰ ਅੱਗੇ ਅਸੀਂ ਤਸਵੀਰਾਂ ਦੇ ਵਿੱਚ ਦਿਖਾਵਾਂਗੇ। ਔਰ ਇਸ ਮੋਟਰ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਕਿ ਹਾਂ, ਅਗਰ ਕੋਈ ਮੋਟਰ ਹੋਣੀ ਚਾਹੀਦੀ ਹੈ ਤਾਂ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹਦਾ ਫਾਇਦਾ ਵੀ ਹੈ ਔਰ ਸਿੱਖਿਆ ਵੀ ਮਿਲਦੀ ਹੈ ਜਿੱਥੋਂ। ਔਰ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਸਮੇਂ ਪਹੁੰਚੇ ਹੋਏ ਹਾਂ ਕਪੂਰਥਲਾ ਏਰੀਏ ਦੇ ਵਿੱਚ। ਸੁਲਤਾਨਪੁਰ ਲੋਧੀ ਨਗਰੀ ਹੈ, ਇੱਦਾਂ ਦੀ ਗੁਰੂਆਂ ਦੀ ਨਗਰੀ ਹੈ ਜਿਸ ਨੂੰ ਕੋਈ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਸੁਲਤਾਨਪੁਰ ਨਗਰੀ ਹੈ ਜਿਹੜੀ ਗੁਰੂਆਂ ਦੀ ਨਗਰੀ ਹੈ। ਔਰ ਕਿਸੇ ਵੀ ਜੇਕਰ ਆਪਾਂ ਗੱਲ ਕਰੀਏ ਸਿੱਖ ਧਰਮ ਦੀ ਤਾਂ ਇੱਕ ਵੱਡਾ ਨਾਮ ਹੈ ਸੁਲਤਾਨਪੁਰ ਏਰੀਏ ਦਾ। ਔਰ ਉਸ ਏਰੀਏ ਦੇ ਵਿੱਚ ਅੱਜ ਅਸੀਂ ਖੜ੍ਹੇ ਹੋਏ ਹਾਂ ਜੱਬੋਵਾਲ ਪਿੰਡ ਦੇ ਵਿੱਚ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਤਾਂ ਪੰਜਾਬੀ ਦੇ ਅੱਖਰ ਤੋਂ ਲਿਖੇ ਹੋਏ ਨਜ਼ਰ ਆ ਰਹੇ ਹੋਣਗੇ। ਤਾਂ ਇਹਦਾ ਜਿਹੜੀ ਅਸਲੀਅਤ ਹੈ ਤੁਹਾਨੂੰ ਉਹ ਦੱਸਾਂਗੇ ਕਿ ਇੱਕ ਮੋਟਰ ਦੇ ਉੱਤੇ ਇੱਕ ਮੋਟਰ ਹੈ ਜਿਹੜੀ ਜਿਸ ਦੀ ਮੁਖਤਿਆਰੀ ਹੈ ਉਹ ਇੱਕ ਨੌਜਵਾਨ ਦੇ ਹੱਥਾਂ ਵਿੱਚ ਹੈ। ਔਰ ਉਸ ਨੌਜਵਾਨ ਨੇ ਇਸ ਮੋਟਰ ਨੂੰ ਜਿਹੜਾ ਇਸ ਢੰਗ ਦੇ ਨਾਲ ਉਹਦਾ ਜਿਹੜਾ ਸੰਚਾਲਨ ਕੀਤਾ ਹੈ ਕਿ ਜਿਹਦੇ ਤੋਂ ਸਾਨੂੰ ਸਿੱਖਿਆ ਵੀ ਮਿਲੇਗੀ ਔਰ ਦੇਖ ਕੇ ਉਸ ਨੂੰ ਰੂਹ ਵੀ ਖੁਸ਼ ਹੋਏਗੀ। ਮੈਂ ਤੁਹਾਨੂੰ ਦਿਖਾਵਾਂਗਾ ਕਿ ਇਸ ਮੋਟਰ ਦੇ ਉੱਤੇ ਨੌਜਵਾਨ ਨੇ ਜਿਹੜੀਆਂ ਕਿਤਾਬਾਂ ਰੱਖੀਆਂ ਹੋਈਆਂ ਨੇ ਔਰ ਹਰ ਤਰ੍ਹਾਂ ਦੀ ਇੱਥੇ ਕਿਤਾਬ ਮੌਜੂਦ ਹੈ, ਭਾਵੇਂ ਇਤਿਹਾਸ ਦੀ ਹੋਵੇ ਜਾਂ ਫਿਰ ਸਿੱਖਿਆ ਨੂੰ ਲੈ ਕੇ ਹੋਵੇ ਜਾਂ ਫਿਰ ਕਿਸੇ ਵੀ ਨਵੇਂ ਮੁੱਦੇ ਨੂੰ ਲੈ ਕੇ ਹੋਵੇ, ਤਾਂ ਹਰ ਤਰ੍ਹਾਂ ਦੀ ਤੁਹਾਨੂੰ ਇੱਥੇ ਕਿਤਾਬ ਮਿਲੇਗੀ। ਔਰ ਹਰ ਵਰਗ ਦੇ ਉਮਰ ਵਰਗ ਦੇ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਕਿਤਾਬਾਂ ਨੂੰ ਪੜ੍ਹਦੇ ਨੇ ਔਰ ਫ੍ਰੀ ਆਫ ਕਾਸਟ ਜਿਹੜਾ ਇੱਥੇ ਆ ਕੇ ਲੋਕ ਕਿਤਾਬਾਂ ਪੜ੍ਹਦੇ ਨੇ। ਔਰ ਜੇਕਰ ਕੋਈ ਆਪਣੇ ਘਰ ਵੀ ਲਿਜਾਣਾ ਚਾਹੁੰਦਾ ਹੈ ਤਾਂ ਉਹ ਘਰ ਲਿਜਾ ਕੇ ਵੀ ਪੜ੍ਹ ਸਕਦਾ। ਔਰ ਇੱਥੇ ਬੈਠਣ ਦੇ ਲਈ ਉਹਨਾਂ ਨੇ ਇੱਕ ਵਧੀਆ ਮਾਹੌਲ ਵੀ ਤਿਆਰ ਕੀਤਾ ਹੋਇਆ ਹੈ ਕਿ ਜੇਕਰ ਤੁਸੀਂ ਇੱਥੇ ਬੈਠ ਕੇ ਕਿਤਾਬ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਬੈਠ ਕੇ ਵੀ ਕਿਤਾਬ ਪੜ੍ਹ ਸਕਦੇ ਹੋ। ਲਾਇਬ੍ਰੇਰੀ ਹਮੇਸ਼ਾ ਕਿਹਾ ਜਾਂਦਾ ਕਿ ਲਾਇਬ੍ਰੇਰੀ ਦੇ ਵਿੱਚ ਸ਼ਾਂਤੀ ਦਾ ਮਾਹੌਲ ਹੋਣਾ ਚਾਹੀਦਾ। ਤਾਂ ਇਹ ਜਿਹੜਾ ਮਾਹੌਲ ਤੁਸੀਂ ਸਾਡੇ ਆਲੇ ਦੁਆਲੇ ਦੇਖ ਰਹੇ ਹੋ, ਇਸ ਮੋਟਰ ਦੇ ਆਲੇ ਦੁਆਲੇ ਦੇਖ ਰਹੇ ਹੋ, ਤਾਂ ਇਹੋ ਜਿਹਾ ਮਾਹੌਲ ਬਹੁਤ ਥੋੜ੍ਹੀਆਂ ਥਾਵਾਂ ਦੇ ਉੱਤੇ ਮਿਲਦਾ ਹੈ ਜਿੱਥੇ ਲਾਇਬ੍ਰੇਰੀ ਬਣੀ ਹੋਵੇ ਔਰ ਇੰਨਾ ਸ਼ਾਂਤ ਜਿਹੜਾ ਮਾਹੌਲ ਹੋਵੇ। ਕੁਦਰਤ ਤੇ ਕਿਤਾਬ ਦਾ ਇੱਕ ਬਹੁਤ ਹੀ ਵੱਡਾ ਸੁਮੇਲ ਹੈ। ਤਾਂ ਉਸੇ ਸੁਮੇਲ ਦੇ ਤਹਿਤ ਇਹ ਇੱਕ ਜਿਹੜੀ ਲਾਇਬ੍ਰੇਰੀ ਉਹ ਇੱਥੇ ਬਣੀ ਹੋਈ ਹੈ। ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ
ਤਾਂ ਪੰਜਾਬ ਪੱਪੇ ਤੋਂ ਪਾਣੀ, ਜੱਜੇ ਤੋਂ ਜ਼ਮੀਨ ਔਰ ਬੱਬੇ ਤੋਂ ਬੋਲੀ, ਤਾਂ ਉਹ ਤਿੰਨੋਂ ਚੀਜ਼ਾਂ ਦਾ ਇੱਥੇ ਜਿਹੜਾ ਸੁਮੇਲ ਆ ਉਹ ਵੀ ਦੇਖਣ ਨੂੰ ਮਿਲਦਾ ਹੈ। ਮੈਂ ਤੁਹਾਨੂੰ ਅੱਗੇ ਇੱਧਰ ਦਿਖਾਵਾਂਗਾ ਕਿ ਪੇਂਟਿੰਗ ਕੀਤੀ ਹੋਈ ਹੈ ਔਰ ਉੱਥੇ ਜਿਹੜੇ ਕੁਝ ਕੁ ਸ਼ਬਦ ਲਿਖੇ ਹੋਏ ਨੇ, ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਔਰ ਨਕਸ਼ੇ ਦੇ ਨਾਲ ਕੁਝ ਕੁ ਜਿਹੜੇ ਅਜਿਹੇ ਸ਼ਬਦ ਨੇ ਜਿਹੜੇ ਅੱਜ ਅਜੋਕੇ ਸਮੇਂ ਦੇ ਵਿੱਚ ਜੇਕਰ ਆਪਾਂ ਕਹੀਏ ਤਾਂ ਅਲੋਪ ਹੋ ਚੱਲੇ ਨੇ। ਔਰ ਇਹਨਾਂ ਸ਼ਬਦਾਂ ਨੂੰ ਮੈਂ ਤੁਹਾਨੂੰ ਪੜ੍ਹ ਕੇ ਵੀ ਦੱਸ ਦੇਵਾਂਗਾ ਜ਼ਰੂਰ। ਜਿਵੇਂ ਇੱਥੇ ਲਿਖਿਆ ਹੋਇਆ ਹੈ ਪੜਾਕੂ, ਔਰ ਉਸ ਦੇ ਨਾਲ ਲਿਖਿਆ ਹੈ ਲੋਟ, ਭੜਥੂ, ਗੋਗੜ, ਜਾਂ ਆਪਾਂ ਕਹਿ ਦਈਏ ਵਿਹਲੜ। ਇੱਥੇ ਹੋਰ ਵੀ ਇਸ ਤੋਂ ਇਲਾਵਾ ਕਈ ਸ਼ਬਦ ਨੇ, ਟਪੂਸੀ, ਕਲੋਲਾਂ ਔਰ ਜੂੜਾ ਸ਼ਬਦ ਜੇਕਰ ਕਹੀਏ, ਮੜਕ ਸ਼ਬਦ ਆਪਾਂ ਗੱਲ ਕਰੀਏ, ਔਰ ਅਜਿਹੇ ਸ਼ਬਦ ਜਿਹੜੇ ਉਹ ਲਿਖੇ ਹੋਏ ਨੇ। ਔਰ ਅੰਦਰ ਦਾ ਨਜ਼ਾਰਾ ਵੀ ਤੁਹਾਨੂੰ ਦਿਖਾਵਾਂਗੇ। ਫਿਲਹਾਲ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਇਸ ਮੋਟਰ ਦੇ ਉੱਤੇ ਕਿਤਾਬਾਂ ਰੱਖਣ ਦੀ ਜਿਹੜੀ ਪਹਿਲ ਕਦਮੀ ਕੀਤੀ ਹੈ, ਇਸ ਦੀ ਸ਼ੁਰੂਆਤ ਕੀਤੀ ਹੈ। ਤਾਂ ਮੇਰੇ ਨਾਲ ਇਸ ਮੋਟਰ ਨੂੰ ਚਲਾਉਣ ਵਾਲੇ ਇਸ ਦੇ ਸੰਸਥਾਪਕ ਨੇ ਜਿਹੜੇ ਉਹ ਮੌਜੂਦ ਨੇ। ਮੇਰੇ ਨਾਲ ਬਾਈ ਮਨਦੀਪ ਜੀ ਮੌਜੂਦ ਨੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਆਈਡੀਆ ਹੈ ਕਿਵੇਂ ਮਾਈਂਡ ਦੇ ਵਿੱਚ ਆਇਆ ਕਿ ਮੋਟਰ ਦੀ ਜਿਹੜੀ ਵਰਤੋਂ ਆ ਉਹ ਆਪਾਂ ਇੱਕ ਨਾ ਕਿ ਐਸ਼ ਪ੍ਰਸਤੀ ਲਈ ਬਲਕਿ ਇਸ ਮਕਸਦ ਲਈ ਕਰੀਏ ਕਿ ਲੋਕਾਂ ਨੂੰ ਸਿੱਖਿਆ ਮਿਲੇ। ਇਹ ਆਈਡੀਆ ਕਿਵੇਂ ਮਨ ਦੇ ਵਿੱਚ ਆਇਆ? ਵੀਰੇ ਇੱਥੇ ਇੱਕ ਕਹਿੰਦੇ ਹੁੰਦੇ ਜੇ ਮੇਰੀ ਮੋਟਰ ਦੇ ਵਸਦਾ ਰੱਬ, ਤੇ ਮਤਲਬ ਰੱਬ ਰੂਪੀ ਜੇ ਆਪਾਂ ਨਾ ਦੇਖਣਾ ਹੋਵੇ ਬਹੁਤ ਸ਼ਾਂਤਮਈ ਮਾਹੌਲ ਚਾਹੀਦਾ ਹੁੰਦਾ। ਜਿਵੇਂ ਆਪਣੇ ਪਹਾੜਾਂ 'ਚ ਜਾ ਕੇ ਸ਼ਾਂਤ ਮਨ ਨੂੰ ਸ਼ਾਂਤ ਕਰਨ ਜਾਂਦੇ ਆ, ਇਵੇਂ ਦਾ ਮਾਹੌਲ ਲਾਗੇ ਬੰਨੇ। ਜੇ ਤੁਸੀਂ ਕਿਤਾਬ ਪੜ੍ਹਨੀ ਆ ਬਹੁਤ ਸ਼ਾਂਤਮਈ ਮਾਹੌਲ ਤੁਹਾਨੂੰ ਚਾਹੀਦਾ ਹੁੰਦਾ ਹੈ। ਆਮ ਲਾਇਬ੍ਰੇਰੀਆਂ ਮਤਲਬ ਕਿ ਸਕੂਲਾਂ 'ਚ ਕਾਲਜਾਂ 'ਚ ਬਣੀ ਜਾਂਦੀਆਂ, ਬਟ ਇਹ ਟੋਟਲੀ ਇਸ ਕਰਕੇ ਸੋਚਿਆ ਗਿਆ ਕਿ ਕੁਦਰਤ ਨਾਲ ਬਹਿ ਕੇ ਆਨੰਦ ਮਾਣ ਕੇ ਕਿਤਾਬ ਪੜ੍ਹੀ ਜਾਵੇ। ਤਾਂ ਇਹਦਾ ਜਿਹੜਾ ਤੁਸੀਂ ਨਾਮ ਰੱਖਿਆ ਲਾਇਬ੍ਰੇਰੀ ਦਾ 13 ਕਿਤਾਬ ਘਰ, ਤਾਂ ਸੁਲਤਾਨਪੁਰ ਏਰੀਆ ਹੈ, ਸੁਲਤਾਨਪੁਰ ਲੋਧੀ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ, ਗੁਰੂਆਂ ਦੀ ਨਗਰੀ ਹੈ। ਤਾਂ ਨਾਮ ਉਸੇ ਕਰਕੇ ਰੱਖਿਆ ਗਿਆ ਹੈ ਜਾਂ ਕਿ ਹੋਰ ਰੀਜ਼ਨ ਸੀ ਇਸ ਨਾਮ ਨੂੰ ਰੱਖਣ ਪਿੱਛੇ? ਬਿਲਕੁਲ ਵੀਰੇ, ਇਹ ਗੁਰੂ ਨਾਨਕ ਦੇਵ ਜੀ ਦੀ ਨਗਰੀ ਹੈ ਤੇ ਸੁਲਤਾਨਪੁਰ ਲੋਧੀ ਦਾ ਬਾਬਾ ਨਾਨਕ ਜੀ ਨੇ ਕਿਹਾ ਸੀ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਤੇ ਕਿਰਤ ਤਾਂ ਆਪਾਂ ਕਿਸਾਨ ਲੋਕ ਕਰਦੇ ਆ, ਮਤਲਬ ਖੇਤਾਂ 'ਚ ਕਿਰਤ ਹੋ ਰਹੀ ਹੈ, ਤੇ ਮਤਲਬ ਵੰਡ ਛਕੋ ਕਿ ਮਤਲਬ ਆਪਣਾ ਜਿੰਨਾ ਗਿਆਨ ਲੋਕਾਂ ਨਾਲ ਸਾਂਝਾ ਕੀਤਾ ਜਾਵੇ। ਤੇ ਆਪਾਂ ਉਹ ਕਿਤਾਬਾਂ ਦੇ ਥਰੂ ਕਰ ਰਹੇ ਹਾਂ ਕਿਉਂਕਿ ਗਿਆਨ ਦਾ ਸੋਰਸ ਇੱਕ ਉਹ ਤੋਂ ਵੱਡਾ ਸੋਰਸ ਨਹੀਂ ਹੈ। ਜਿਵੇਂ ਸਿਆਣੇ ਵੀ ਕਹਿੰਦੇ ਆ ਕਿ ਕਿਤਾਬ ਇੱਕ ਇੱਦਾਂ ਦੀ ਬੇੜੀ ਹੈ ਜੋ ਸਭ ਤੋਂ ਵਧੀਆ ਸਮੁੰਦਰ ਦੇ ਉੱਪਰ ਤੈਰਦੀ ਹੈ। ਤੇ ਮਤਲਬ ਆਪਾਂ ਗਿਆਨ ਕਿਤਾਬਾਂ ਰਾਹੀਂ ਸਾਂਝਾ ਕਰ ਰਹੇ ਹਾਂ। ਤੇ ਨਾਮ ਤਾਂ ਆਪਾਂ ਸਿੱਖ ਲੋਕ ਦੇ ਬਾਬਾ ਜੀ ਨਾਨਕ ਨੂੰ ਹਮੇਸ਼ਾ ਯਾਦ ਮਨ 'ਚ ਵਸਾਇਆ ਪਿਆ ਕਿ ਹਰੇਕ ਬੰਦੇ ਦੇ ਮਨ 'ਚ ਵਸਿਆ ਪਿਆ ਨਾਮ, ਤੇ ਉਹ ਜਪਦੇ ਆ। ਜੀ ਬਿਲਕੁਲ, ਜਿਵੇਂ ਤੁਸੀਂ ਵਿਚਾਰਾਂ ਦੀ ਗੱਲ ਕੀਤੀ ਤਾਂ ਨੋਰਮਲ ਜੀ ਗੱਲ ਹੈ ਕਿ ਜੋ ਵਿਚਾਰ ਨੇ ਉਹ ਆਪਾਂ ਨੂੰ ਕਿਤਾਬਾਂ 'ਚੋਂ ਹੀ ਮਿਲਦੇ ਨੇ। ਇੱਕ ਲੋਕਾਂ ਦੇ ਵਿੱਚ ਕਿਵੇਂ ਵਿਚਰਨਾ ਹੈ, ਕਿਸ ਤਰੀਕੇ ਦਾ ਸਾਡਾ ਵਿਵਹਾਰ ਹੋਣਾ ਚਾਹੀਦਾ ਹੈ, ਤਾਂ ਉਹ ਕਿਤਾਬਾਂ 'ਚੋਂ ਹੀ ਆਉਂਦਾ ਹੈ। ਤਾਂ ਇਸ ਜਦੋਂ ਆਈਡੀਆ ਆਇਆ ਸੀ ਦਿਮਾਗ ਦੇ ਵਿੱਚ ਤਾਂ ਕੀ ਲੱਗਿਆ ਸੀ ਕਿ ਜਿਹੜਾ ਹੁਣ ਰਿਸਪੌਂਸ ਮਿਲ ਰਿਹਾ ਲੋਕਾਂ ਦਾ, ਸ਼ੁਰੂਆਤ ਵਿੱਚ ਲੱਗਿਆ ਸੀ ਕਿ ਇੰਨਾ ਰਿਸਪੌਂਸ ਮਿਲੇਗਾ, ਜਾਂ ਫਿਰ ਆਪਣੇ ਆਪ ਨੂੰ ਇੱਕ ਸੰਤੁਸ਼ਟੀ, ਮਨ ਨੂੰ ਸੰਤੁਸ਼ਟੀ ਦੇਣ ਲਈ ਇਹ ਕੰਮ ਸ਼ੁਰੂ ਕੀਤਾ ਸੀ? ਇੱਥੇ ਫਿਰ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਂਦਾ। ਤੇ ਜਦੋਂ ਅਸੀਂ ਨਾ ਪਹਿਲਾਂ ਪਿੰਡ 'ਚ ਲਾਇਬ੍ਰੇਰੀ ਮਤਲਬ ਬਣਾਉਣ ਦੀ ਸੋਚੀ ਸੀ, ਕਿਉਂਕਿ ਪਿੰਡਾਂ 'ਚ ਆਮ ਤੁਹਾਨੂੰ ਲਾਇਬ੍ਰੇਰੀਆਂ ਮਿਲਦੀਆਂ ਨਹੀਂ। ਪਹਿਲੀ ਗੱਲ, ਮੇਨ ਗੱਲ ਤੇ ਇੱਕ ਲਾਇਬ੍ਰੇਰੀਆਂ ਮਿਲਦੀਆਂ ਨਹੀਂ, ਤੇ ਦੂਸਰੀ ਗੱਲ ਅਸੀਂ ਆਪ ਨੌਜਵਾਨ ਹੋ ਕੇ ਨਾ ਕਿ ਜਦੋਂ ਆਪਾਂ ਇਹੋ ਜਿਹੇ ਕੰਮ ਵੱਲ ਨੂੰ ਜਾਂਦੇ ਹਾਂ ਤੇ ਪਿੰਡ ਦੇ ਆਪਣੇ ਮਤਲਬ ਜਿਹੜੇ ਕਹਿ ਲਓ ਕਿ ਸੂਝਵਾਨ ਕਹਿ ਲਓ ਜਾਂ ਮੋਹਤਵਾਰ ਕਹਿ ਲਓ, ਉਹ ਬਿਲਕੁਲ ਸਾਥ ਨਹੀਂ ਦਿੰਦੇ। ਤੇ ਅਸੀਂ ਵੀ ਪਿੰਡ ਦੇ ਮਤਲਬ ਕਿ ਜਿਹੜੇ ਆਪਣੇ ਮੋਹਤਵਾਰ ਬੰਦੇ ਉਹਨਾਂ ਨੂੰ ਮਤਲਬ ਗੱਲ ਕੀਤੀ ਕਿ ਸਾਨੂੰ ਇੱਧਰ ਪਿੰਡ 'ਚ ਕੋਈ ਜਗ੍ਹਾ ਮਿਲ ਜੇ, ਕਿ ਕੋਈ ਪੰਚਾਇਤੀ ਜਾਂ ਕੋਈ ਸ਼ਾਮਲੇਟ ਜਿਹੀ ਨਾਮ ਹੁੰਦੀਆਂ ਕਿ ਮਿਲ ਜੇ, ਕਿ ਅਸੀਂ ਆਪਣੇ ਉੱਥੇ ਕਮਰਾ ਬਣਾ ਕੇ ਮਤਲਬ ਕਿ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇ। ਈਵਨ ਕਿ ਵੀਰੇ ਲਾਇਬ੍ਰੇਰੀ ਦਾ ਹੀ ਵਿਰੋਧ ਹੋਣ ਲੱਗ ਪਿਆ। ਜਿਹੜੇ ਮੋਹਤਵਾਰ ਬੰਦੇ ਸੀ ਨਾ ਉਹੀ ਵਿਰੋਧ ਕਰਨ ਲੱਗ ਪਿਆ। ਕਿ ਇੱਥੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਸੁਣਾਉਂਦਾ ਕਿ ਉਸ ਟਾਈਮ ਦੀ ਕੀ ਸਿਚੁਏਸ਼ਨ ਸੀ। ਕਿ ਇਹ ਨਾ ਕਿ ਜਿਹੜਾ ਸਾਡੇ ਪਿੰਡ ਦਾ ਮਤਲਬ ਇੱਕ ਨੌਜਵਾਨ ਮੁੰਡਾ ਸੀ, ਇਹ ਨਾ ਉਹਨਾਂ ਮਤਲਬ ਕਿ ਸਾਨੂੰ ਲੱਗੇ ਕਿ ਉਹ ਸਾਡਾ ਸਾਥ ਦੇਊਗਾ। ਤੇ ਉਹ ਈਵਨ ਉਹ ਗੱਲ ਸਾਨੂੰ ਟੀਚਰਾਂ ਕਰਨ ਲੱਗ ਪਿਆ ਕਿ ਬਈ ਕਿ ਮੋਟਰ ਦੇ ਮਤਲਬ ਆਹ ਲਾਇਬ੍ਰੇਰੀਆਂ ਕੌਣ, ਕਿਤਾਬਾਂ ਕੌਣ ਪੜ੍ਹਦਾ, ਇਵੇਂ ਦੇ ਤਲਖੀ ਕਰਨ ਲੱਗ ਪਿਆ। ਈਵਨ ਉਹਨੇ ਆਪਣੇ ਬਾਅਦ ਦੋਸਤ ਨੂੰ ਫੋਨ ਲਾ ਲਿਆ ਤੇ ਪਹਿਲਾਂ ਉਹ ਕਹਿੰਦਾ ਲੋਕਾਂ ਨੂੰ ਇਹ ਗੁੰਮਰਾਹ ਕਰਦੇ ਆ ਕਿ ਫਲਾਣਾ ਧਗਾਣਾ ਕਰਦੇ। ਅਸੀਂ ਗਰੁੱਪ ਬਣਾਇਆ 13 ਉਹਦੇ ਵਿੱਚ ਪੋਸਟ ਪਾਤੀ ਇਹ ਗੁੰਮਰਾਹ ਕਰਦੇ ਆ। ਈਵਨ ਅਸੀਂ ਕੋਈ ਕਿਤਾਬ ਨਹੀਂ ਵੇਚਦੇ ਜਾਂ ਕੁਛ ਵੀ ਕਿਸੇ ਤਰ੍ਹਾਂ ਗੁੰਮਰਾਹ, ਕਿਤਾਬਾਂ ਦੇ ਥਰੂ ਕਿੱਦਾਂ ਗੁੰਮਰਾਹ ਕਰਾਂਗੇ। ਫਿਰ ਉਹਨੇ ਆਪਣੇ ਮੇਰੇ ਨਾਲ ਹੀ ਜੋਬ ਕਰਦਾ ਮੁੰਡਾ, ਉਹਨੇ ਦੁੰਨੇ ਦਾਰੂ ਪੀ ਕੇ ਤੇ ਫੋਨ ਲਾ ਕੇ ਮੈਨੂੰ ਬਹਿ ਗਏ। ਮਤਲਬ ਮੈਨੂੰ 5-6 ਵਾਰੀ ਉਹਨਾਂ ਨੇ ਫੋਨ ਲਾਇਆ ਤੇ ਫੋਨ ਲਾ ਕੇ ਬਸ ਆਹੀ ਗੱਲਾਂ ਕਰਨ ਲੱਗ ਪਏ ਕਿ ਕਿਤਾਬਾਂ ਕੌਣ ਪੜ੍ਹਦਾ, ਤੂੰ ਕਿਹੜੇ ਕੰਮੀ ਪੈ ਗਿਆ, ਪਾਗਲ ਹੋ ਗਿਆ, ਤੇਰੀ PGI ਤੇ ਦਵਾਈ ਚੱਲਦੀ ਆ। ਤੇ ਮਤਲਬ ਕਿ ਆਪਾਂ ਗਲਤ ਨਹੀਂ ਬੋਲਿਆ ਉਹਨਾਂ ਨੂੰ ਕੁਛ ਵੀ, ਨਾ ਈਵਨ ਹੁਣ ਬੋਲਿਆ। ਹੁਣ ਮੇਰਾ ਜਿਵੇਂ ਲਾਈਕ ਬਾਹਰ ਦਾ ਬਣਦਾ ਪਿਆ ਤੇ ਬਣ ਜਾਏਗਾ ਰੱਬ ਕਰਕੇ। ਤੇ ਹੁਣ ਉਹਨਾਂ ਨੇ ਇਹ ਸਵਾਲ ਕਰ ਲਿਆ ਕਿ ਕਿੰਨੇ ਲੋਕਾਂ ਕੋਲ ਕਿਤਾਬਾਂ ਇਕੱਠੀਆਂ ਕਰ ਲਈਆਂ ਤੇ ਇਹ ਕਿਤਾਬਾਂ ਮਤਲਬ ਕਿ ਇਕੱਠੀਆਂ ਕਰਕੇ ਇਹਨੇ ਮੋਟਰ 'ਤੇ ਰੱਖ ਲਈਆਂ ਤੇ ਹੁਣ ਇਹਨਾਂ ਨੂੰ ਇੱਕ ਲਾਇਬ੍ਰੇਰੀ ਬੰਦ ਕਰਕੇ ਭੱਜ ਚੱਲਿਆ, ਨਾਮ ਨੂੰ ਖੱਟ ਕੇ ਬਾਹਰ ਚੱਲ ਚੱਲਿਆ। ਤੇ ਈਵਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਆਪ ਕਿਤਾਬਾਂ ਨਹੀਂ ਪੜ੍ਹਨੀਆਂ, ਬਟ ਉਹ ਕਿਤਾਬਾਂ 'ਤੇ ਆਬਜੈਕਸ਼ਨ ਕਰਦੇ ਆ
ਕਿ ਕਿਤਾਬਾਂ ਕੋਈ ਪੜ੍ਹਦਾ ਨਹੀਂ ਹੈ। ਜਿੱਦਾਂ ਮਤਲਬ ਕਹਿੰਦੇ ਨੇ ਸਿਆਣਾ ਕਿ ਜਿਹੜਾ ਮੈਂ ਚੋਰ ਹਾਂ ਤਾਂ ਮੈਨੂੰ ਸਾਰੇ ਚੋਰ ਹੀ ਲੱਗਦੇ ਆ, ਕਿ ਉਹੀ ਹਾਲ ਉਹਨਾਂ ਦਾ ਹੈ ਕਿ ਮਤਲਬ ਆਪ ਉਹਨਾਂ ਨੇ ਕੋਈ ਕਿਤਾਬਾਂ ਪੜ੍ਹਨੀਆਂ ਨਹੀਂ, ਜਾਂ ਕਿਸੇ ਨੇ ਕੋਈ ਮਤਲਬ ਆਪ ਕੋਈ ਕੰਮ ਸੋਸਾਇਟੀ ਲਈ ਵਧੀਆ ਕਰਨਾ ਨਹੀਂ, ਤੇ ਪਲੱਸ ਉਹਨੇ ਲੋਕਾਂ ਦੀਆਂ ਲੱਤਾਂ ਖਿੱਚਣੀਆਂ। ਕੋਈ ਨੌਜਵਾਨ ਕੰਮ ਕਰਨ ਲੱਗਾ ਉਹਦੀ ਲੱਤਾਂ ਖਿੱਚ ਲਓ, ਜਾਂ ਰਾਤ ਨੂੰ ਫੇਸਬੁੱਕ ਤੇ ਕਮੈਂਟ ਕਰ ਲਓ, ਤੇ ਰਾਤ ਸਵੇਰੇ ਉੱਠ ਕੇ ਦੇਖ ਕੇ ਡਿਲੀਟ ਕਰ ਦਿਓ। ਆਹੀ ਕੰਮ ਕਰਦੇ, ਮਤਲਬ ਕਿ ਜਿਹੜਾ ਕੋਈ ਨੌਜਵਾਨ ਕੋਈ ਮੁੰਡਾ ਉੱਠਦਾ ਕੋਈ ਇਦਾਂ ਦਾ ਕੰਮ ਕਰਨ ਲਈ, ਉਹਦਾ ਕੋਈ ਕੰਮ ਨਹੀਂ ਕਰਨ ਦਿੰਦੇ, ਕਿ ਮਤਲਬ ਉਹ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਦੇ ਆ, ਕੰਮ ਕਰਨ ਵਾਲੇ ਥੋੜ੍ਹੇ ਹੁੰਦੇ ਆ। ਤੇ ਉਹ ਫਿਰ ਅਸੀਂ ਹੌਲੀ ਹੌਲੀ ਮਤਲਬ ਕਿ ਪਿੰਡ 'ਚ ਜਗ੍ਹਾ ਜੋ ਮਿਲਣੀ ਬੰਦ ਹੋ ਗਈ, ਕਿ ਉਹ ਬੰਦੇ ਦਾ ਕਰਕੇ ਪਿੰਡ 'ਚ ਮੈਨੂੰ ਲੱਗਦਾ ਜਗ੍ਹਾ ਨਹੀਂ ਮਿਲੀ, ਤੇ ਉਹ ਜੋ ਜਗ੍ਹਾ ਬੰਦ ਹੋ ਗਈ ਤੇ ਫਿਰ ਅਸੀਂ ਆਪਣੀ ਮਤਲਬ ਜਗ੍ਹਾ ਮਿਲ ਗਈ। ਸਾਨੂੰ ਲੱਗਾ ਕਿ ਇਹ ਤੋਂ ਵਧੀਆ ਕਿ ਨਾ ਇੱਥੇ ਕੋਈ ਆਪਾਂ ਕੁਝ ਕਰਨਾ, ਕਿ ਨਾ ਕੋਈ ਪੈਸਾ ਕਿਸੇ ਨੂੰ ਦੇਣਾ, ਕਿ ਆਪਾਂ ਸੇਵਾ ਕਰਨੀ ਹੈ, ਕਿ ਆਪਾਂ ਕਿਹੜਾ ਕਿਸੇ ਕੋਈ ਕਿਤਾਬ ਵੇਚ ਕੇ ਪੈਸੇ ਕਮਾਉਣੇ ਆ ਜਾਂ ਕੁਝ ਵੀ। ਜੇ ਪੈਸੇ ਕਮਾਉਣੇ ਤਾਂ ਸ਼ਹਿਰ 'ਚ ਦੁਕਾਨ ਲੱਭ ਕੇ ਕਰਦੇ, ਕਿ ਆਪਾਂ ਤਾਂ ਸੇਵਾ ਕਰਨੀ ਸੋਸਾਇਟੀ ਦੀ। ਤੇ ਆਪਾਂ ਫਿਰ ਇੱਥੇ ਕਿਤਾਬਾਂ ਲਿਆਂਦੀ, ਇੱਥੇ ਫਿਰ ਹੁਣ ਲਾਇਬ੍ਰੇਰੀ ਵਧੀਆ ਸਥਾਪਿਤ ਹੋ ਗਈ। ਇੰਨੀ ਉਮੀਦ ਨਹੀਂ ਜਿੰਨੀ ਮਤਲਬ ਕਿ ਨਾਮ ਹੋ ਗਿਆ ਜਾਂ ਕੁਝ ਵੀ ਹੋ ਗਿਆ, ਕਿ ਇਹ ਰੱਬ ਦੀ ਦੇਣ ਹੁੰਦੀ ਆ, ਉਹ ਰੱਬ ਨੇ ਕੀਤਾ ਜੋ ਕਰਾਇਆ। ਬਿਲਕੁਲ। ਅੱਜ ਅਜੋਕੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿਤਾਬਾਂ ਨੇ ਜਿਹੜੀਆਂ ਉਹ ਬਹੁਤ ਘੱਟ ਜਿਹੜੇ ਲੋਕ ਨੇ ਪੜ੍ਹਦੇ ਨੇ, ਕਿਉਂਕਿ ਫੋਨ ਦੇ ਉੱਪਰ ਆਪਾਂ ਗੱਲ ਕਰੀਏ ਨਾ ਤਾਂ PDF ਫਾਈਲ ਵਗੈਰਾ ਦੇ ਥਰੂ ਜਿਹੜਾ ਲੋਕ ਜ਼ਿਆਦਾ ਪੜ੍ਹਦੇ ਨੇ ਅੱਜ ਕੱਲ੍ਹ। ਕਿਤਾਬਾਂ ਦੀ ਜਿਹੜਾ ਉਹ ਘੱਟ ਧਿਆਨ ਦਿੰਦੇ ਨੇ ਕਿਤਾਬਾਂ ਵੱਲੀ। ਜੇ ਆਪਾਂ ਸਿੱਧੇ ਸ਼ਬਦਾਂ 'ਚ ਅਗਰ ਗੱਲ ਕਰੀਏ ਤਾਂ ਲੋਕ ਪੁੱਠੇ ਪਾਸੇ ਨੂੰ ਜੇਕਰ ਕਹੀਏ ਤਾਂ ਵੱਧ ਜਾਂਦੇ ਨੇ। ਜਿਵੇਂ ਕੋਈ ਵੀ ਪੁੱਠਾ ਕੰਮ ਅਗਰ ਆਪਾਂ ਸ਼ੁਰੂ ਕਰਨਾ ਨਾ, ਕਹਿੰਦੇ ਸ਼ਾਮ ਤੱਕ ਉਹ ਚੱਲ ਪੈਂਦਾ ਵਾ। ਗੱਲ ਕਰਦੇ ਹਾਂ ਕਿ ਬੇਸ਼ੱਕ ਉਹ ਕਿਸੇ ਨਾਲ ਦੇ ਅਗੇਂਸਟ ਹੋਵੇ, ਭਾਵੇਂ ਸਹੀ ਤਰੀਕੇ ਨਾਲ ਹੋਵੇ। ਤਾਂ ਜਦੋਂ ਆਪਾਂ ਕੋਈ ਇੱਕ ਚੰਗੇ ਰਸਤੇ 'ਤੇ ਲੋਕਾਂ ਨੂੰ ਪਾਉਣਾ ਹੈ, ਲੋਕਾਂ ਨੂੰ ਚੰਗੀ ਸਿੱਖਿਆ ਦੇਣੀ ਹੈ, ਕਿਤਾਬਾਂ ਦੇ ਥਰੂ ਜਿਹੜੇ ਲੋਕਾਂ ਨੂੰ ਵਿਚਾਰ ਜਿਹੜੇ ਸਮਝ ਆਉਣੇ ਨੇ, ਉਹਨਾਂ ਨੂੰ ਜਿਹੜੀ ਸਮਝ ਆਉਣੀ ਹੈ, ਤਾਂ ਉਹ ਬਹੁਤ ਹੀ ਆਪਾਂ ਨੂੰ ਕਈ ਵਾਰੀ ਕਿਸੇ ਤੋਂ ਸੁਣ ਕੇ ਵੀ ਨਹੀਂ ਪਤਾ ਲੱਗਦਾ, ਜੋ ਚੀਜ਼ ਪੜ੍ਹ ਕੇ ਸਮਝ ਆ ਜਾਂਦੀ ਹੈ ਨਾ। ਤਾਂ ਜਿਵੇਂ ਤੁਸੀਂ ਕਿਹਾ ਹੈ ਕਿ ਲੱਤਾਂ ਖਿੱਚਣ ਵਾਲੇ ਹਰੇਕ ਫੀਲਡ 'ਚ ਹੁੰਦੇ ਨੇ, ਭਾਵੇਂ ਕੋਈ ਵੀ ਫੀਲਡ ਆ, ਹਰੇਕ ਦੇ ਵਿੱਚ ਮਿਲਦੇ ਨੇ। ਤਾਂ ਉਦੋਂ ਉਸ ਟਾਈਮ 'ਤੇ ਲੱਗਿਆ ਨਹੀਂ ਸੀ, ਮਨ ਨਹੀਂ ਸੀ ਡੋਲਿਆ ਕਿ ਯਾਰ ਇਹ ਕਿੱਦਾਂ ਹੋ ਰਿਹਾ, ਮੇਰਾ ਵਿਰੋਧ ਹੋ ਰਿਹਾ, ਮੈਂ ਤਾਂ ਇੱਕ ਵਧੀਆ ਚੀਜ਼ ਕਰ ਰਿਹਾ। ਤਾਂ ਉਸ ਟਾਈਮ 'ਤੇ ਫਿਰ ਮਨ ਦੇ ਵਿੱਚ ਇੱਦਾਂ ਖਿਆਲ ਨਹੀਂ ਸੀ ਕਿ ਛੱਡ ਯਾਰ ਮੈਂ ਜੋਬ ਕਰਦਾ ਵਾਂ ਤਾਂ ਉੱਧਰ ਹੀ ਲੱਗਿਆ ਰਹਿਣਾ ਵਾ, ਕੁਛ ਇੱਦਾਂ ਦਾ ਮਨ ਦੇ ਵਿੱਚ ਨਹੀਂ ਸੀ ਖਿਆਲ ਆਇਆ? ਵੀਰੇ ਜਦੋਂ ਨਾ ਇੱਕ ਗੱਲ ਹੈ ਕਿ ਬਾਬਾ ਨਾਨਕ ਜੀ ਆਪਣੇ ਨੇੜੇ ਨਗਰੀ ਹੈ, ਉਹਨਾਂ ਨੂੰ ਨਹੀਂ ਛੱਡਿਆ ਸੀ। ਉਹਨਾਂ ਦੇ ਵਿਰੋਧ ਕਰਨ ਵਾਲੇ ਬਹੁਤ ਸੀ, ਤੇ ਉਹਨਾਂ ਸਾਹਮਣੇ ਤਾਂ ਆਪਾਂ ਉਹਨਾਂ ਦੀ ਪੈਰ ਦੀ ਧੂੜ ਵੀ ਨਹੀਂ। ਤੇ ਈਵਨ ਜਦੋਂ ਮਤਲਬ ਸਾਡਾ ਇਦਾਂ ਦੇ ਲੋਕੀ ਜ਼ਿਆਦਾ ਵਿਰੋਧ ਕਰਦੇ ਸੀ, ਤੇ ਉਹ ਵਿਰੋਧ ਜੋ ਕਰਨ ਲੱਗ ਪਏ। ਤੇ ਈਵਨ ਸਾਡੇ ਪਿੰਡ ਦੇ ਮਾਸਟਰ ਜੀ ਇੱਕ ਨਵਜੀਤ ਜੌਲੀ ਜੀ, ਤੇ ਮਤਲਬ ਮੈਨੂੰ ਆਹ ਮੋਟਰ ਦਾ ਨਹੀਂ ਪਤਾ ਕਿ ਮੈਂ ਆਪਣੀ ਮੋਟਰ ਯੂਜ਼ ਕਰਾਂ, ਤੇ ਮੈਨੂੰ ਲੱਗਦਾ ਘਰ 'ਚ ਵੀ ਕਈ ਵਾਰੀ ਸਪੋਰਟ ਨਹੀਂ ਮਿਲਦੀ, ਤੇ ਫਿਰ ਉਹਨਾਂ ਨੇ ਆਪਣੀ ਮੋਟਰ ਦਿੱਤੀ। ਉਹਨਾਂ ਨੇ ਇੱਕ ਹੱਲਾਸ਼ੇਰੀ ਦਿੱਤੀ। ਇੱਕ ਮਾਸਟਰ ਆਪਣੇ ਦਰਸ਼ਨਦੀਪ ਸਿੰਘ, ਮਤਲਬ ਕਿ ਕਹਿੰਦੇ ਹੁੰਦੇ ਕਿ ਅੱਗ ਬਾਲਣ ਲਈ ਇੱਕ ਚਿੰਗਿਆੜੀ ਕਾਫੀ ਹੈ, ਤੇ ਉਹਨਾਂ ਨੇ ਆਪਣੀ ਲਾਇਬ੍ਰੇਰੀ ਦਾ ਨਾਮ ਰੱਖਿਆ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ। ਤੇ ਦੇਖੋ ਠੇਕਾ ਜੋ ਆਪਾਂ ਨਾਮ ਸੁਣਦੇ ਆਪਣੇ ਸ਼ਰਾਬ ਵਾਲਾ ਠੇਕੇ ਦਾ ਦਿਮਾਗ 'ਚ ਆ ਗਿਆ, ਉਸੇ ਟਾਈਮ ਆ ਗਿਆ। ਬਟ ਉਹਨੂੰ ਦੇਖੋ ਉਹਨਾਂ ਨੇ ਪੋਜ਼ਿਟਿਵ 'ਚ ਲੈ ਲਿਆ, ਠੇਕਾ ਕਿਤਾਬ, ਜਿੱਥੇ ਉਹ ਇੰਨੀ ਪੋਜ਼ਿਟਿਵ ਲਿਆ ਸਕਦੇ ਆ ਕਿ ਮਤਲਬ ਕਿ ਮੇਰੇ ਵਰਗੇ ਨੂੰ ਮਤਲਬ ਚਿੰਗਿਆੜੀ ਦੇ ਕੇ ਕਿ ਮਤਲਬ ਕਿ ਲਾਇਬ੍ਰੇਰੀ ਖਿਲਾ ਸਕਦੇ ਮੋਟਰ ਤੇ ਈਵਨ ਉਹਨਾਂ ਨੇ ਮਤਲਬ ਇੱਦਾਂ ਦੇ ਟੀਚਰ ਹੋਣਗੇ, ਮਤਲਬ ਜਿੱਦਾਂ ਦਾ ਬੰਦਾ ਆਪ ਹੋ ਜਾਂਦਾ ਉੱਦਾਂ ਦੀ ਉਹਨਾਂ ਦੀ ਸੁਸਾਇਟੀ ਹੋ ਜਾਂਦੀ ਆ। ਤੇ ਮਤਲਬ ਆਪਣੀ ਨਾਲ ਇੱਦਾਂ ਦੇ ਸਰ ਜੁੜੇ ਪਏ ਆ, ਮਤਲਬ ਆਪਣੀ ਗਾਈਡ ਕਰਨ ਵਾਲੇ ਇੱਦਾਂ ਦੇ ਹੈਗੇ ਸਰ, ਮਤਲਬ ਹਮੇਸ਼ਾ ਆਪਣੀ ਸਪੋਰਟ ਕਰਦੇ ਆ। ਤੇ ਮਤਲਬ ਉਸ ਟਾਈਮ ਜਦੋਂ ਉਹਨਾਂ ਨਾਲ ਗੱਲ ਕਰਦੇ ਸੀ ਆਪਾਂ, ਤੇ ਉਹ ਆਪਣੀ ਵਿਰੋਧ 'ਚ ਸੀ, ਬਟ ਇੱਦਾਂ ਦੇ ਸਰ ਉਹਨਾਂ ਨੇ ਹੱਲਾਸ਼ੇਰੀ ਦੇਣੀ। ਫਿਰ ਆਪਣੇ ਮਨ ਨੂੰ ਵੀ ਸੰਤੁਸ਼ਟੀ ਹੁੰਦੀ ਕਿ ਯਾਰ ਨਹੀਂ ਆਪਾਂ ਕੰਮ ਵਧੀਆ ਕਰਦੇ ਆ। ਜਦੋਂ ਸਿਆਣੇ ਕਹਿੰਦੇ ਤੁਹਾਡੇ ਕੰਮ 'ਚ ਵਧੀਆ ਮਤਲਬ ਸੁਸਾਇਟੀ ਨੂੰ ਵਧੀਆ ਪੋਜ਼ਿਟਿਵ ਜਾ ਰਿਹਾ ਵਾ, ਕਿ ਮਤਲਬ ਤੁਹਾਡੇ ਨਾਲ ਲੋਕੀ ਜੋੜ ਰਹੇ ਆ, ਤੇ ਦੈਨ ਤੁਸੀਂ ਉਹ ਕੰਮ ਨੂੰ ਛੱਡੋ ਨਾ, ਸਗੋਂ ਵਾਧੇ ਕਰੋ। ਜੇ ਤੁਹਾਡਾ ਉਹ 'ਚ ਬਰਿਆਈ ਹੁੰਦੀ ਹੈ, ਤੇ ਉਹ ਸਿਆਣੇ ਨੇ ਇੱਕ ਗੱਲ ਕਹੀ ਵੀ ਤੁਮੇ ਕੋਈ ਖਾਸ ਬਾਤ ਹੋਗੀ, ਤਭੀ ਤੁਹਾਡੀ ਬਾतें ਹੋਤੀ ਹੈ। ਤੇ ਸੋ ਆਪਾਂ ਫਿਰ ਹੌਲੀ ਹੌਲੀ ਵੀਰੇ ਲੱਗੇ ਰਹੇ, ਤੇ ਹੌਲੀ ਹੌਲੀ ਲਾਇਬ੍ਰੇਰੀ ਸਟੈਬਲਿਸ਼ ਹੋ ਗਈ। ਹੁਣ ਈਵਨ ਉਹੀ ਬੰਦੇ ਨੇ ਇੱਕ ਇਹ ਵੀ ਗੱਲ ਕਹੀ ਸੀ ਕਿ ਮੈਂ ਮੋਤਵਾਰ ਬੰਦਾ, ਤੇ ਮੈਨੂੰ ਨਾ ਪਿੰਡ ਦੇ ਫੋਨ ਕਰਦੇ ਪਏ ਲੋਕੀ ਲਾਗੇ ਬੰਨੇ ਵਾਲੇ ਕਿ ਲਾਇਬ੍ਰੇਰੀ ਕਿੱਥੇ ਬਣੀ ਆ, ਤੇ ਮੈਂ ਵੇਖਣ ਆਉਣਾ, ਅਸੀਂ ਵੇਖਣ ਆਉਣਾ। ਹੁਣ ਵੀਰੇ 4-5 ਮਹੀਨੇ ਹੋ ਗਏ ਲਾਇਬ੍ਰੇਰੀ ਬਣੀ ਨੂੰ, ਤੇ ਉਹ ਨਾ ਉਹ ਆਇਆ, ਨਾ ਉਹਦੇ ਨਾਲ ਦੇ ਆਏ, ਨਾ ਜਿਹੜਾ ਫੋਨ ਕਰਕੇ ਦਾਰੂ ਪੀ ਕੇ ਉਹਦਾ ਦੋਸਤ ਫੋਨ ਕਰਦਾ ਹੁੰਦਾ ਸੀ ਕਿ ਮੈਂ ਮੋਟਰ ਤੇ ਲਾਇਬ੍ਰੇਰੀ ਤੂੰ ਉਹ, ਕਿਉਂਕਿ ਈਵਨ ਉਹਨਾਂ ਲੋਕਾਂ ਨੂੰ ਉਹ ਸਵਾਲ ਕਰਨ ਲੱਗ ਪਿਆ ਕਿ ਜੇ ਉਹ ਮੋਟਰ ਤੇ ਬਹਿ ਕੇ ਦਾਰੂ ਪੀਂਦੇ ਆ, ਤੇ ਉਹੀ ਕਹਿੰਦੇ ਆ ਕਿ ਪਿੰਡ 'ਚ ਤੁਹਾਡੇ ਇੱਕ ਲਾਇਬ੍ਰੇਰੀ ਮੋਟਰ ਇੱਦਾਂ ਦੀ ਆ ਜਿੱਥੇ ਕਿਤਾਬਾਂ ਖੋਲ੍ਹਦੀਆਂ, ਜਿੱਥੇ ਇੰਨੀ ਪੋਜ਼ਿਟਿਵਿਟੀ ਆ। ਤੇ ਉਹੀ ਉਹਨਾਂ ਨੂੰ ਸਵਾਲ ਜਦੋਂ ਹੁੰਦੇ ਆ, ਉਹ ਆਪਣੇ ਆਪ ਨੂੰ ਝੰਜੋੜਦੇ ਹੋਣਗੇ ਕਿ ਅਸੀਂ ਗਲਤ ਕੰਮ ਹੀ ਕਰਦੇ ਸੀ, ਕਿ ਉਹ ਮੁੰਡੇ ਨੇ ਆਪਣੇ ਇੱਕ ਨਵੇਂ ਨੌਜਵਾਨ ਮੁੰਡੇ ਨੇ ਲਾਇਬ੍ਰੇਰੀ ਖੋਲ੍ਹੀ ਹੁੰਦਾ ਹੋਏਗਾ ਹੁਣ ਕਿ ਜ਼ਰੂਰ ਮੈਨੂੰ ਲੱਗਦਾ। ਬਾਕੀ ਸ਼ੁਰੂਆਤ ਵਿੱਚ ਰੋਕਣਾ, ਅੜਚਣ ਪਾਉਣਾ, ਤਾਂ ਹੁਣ ਉਹ ਚੰਗੀ ਚੀਜ਼ ਦਾ ਸਾਰੇ ਲੋਕ ਉਹਨੂੰ ਸਲਾਹ ਰਹੇ ਨੇ, ਤਾਂ ਉਹ ਜ਼ਰੂਰ ਲੱਗਦਾ ਹੋਏਗਾ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੋਏਗੀ ਕਿ ਸ਼ਾਇਦ ਅਸੀਂ ਉੱਥੇ ਗਲਤ ਸੀਗੇ, ਹੋ ਸਕਦਾ। ਬਾਕੀ ਉਹਨਾਂ ਦਾ ਦਿਮਾਗ ਉੱਥੇ ਕੀ ਹੁੰਦਾ ਵਾ ਕਿ ਜਿੱਥੇ ਕਿ ਉਹ ਸਟੈਕਟੀ ਗਿਆ ਹੁੰਦਾ ਕਿ ਸ਼ਾਮ ਨੂੰ ਦਾਰੂ ਪੀ ਕੇ ਕਿ ਲੋਕਾਂ ਦਾ ਵਿਰੋਧ ਕੀਤਾ ਜਾਵੇ, ਜਿੰਨਾ ਕੀਤਾ ਜਾਵੇ, ਕਿ ਪਲੱਸ ਨਾਲ ਕਿ ਜਿੱਦਾਂ ਦੀ ਉਹਨਾਂ ਦੀ ਸੁਸਾਇਟੀ ਆ ਉਹਨਾਂ ਨੇ ਉੱਦਾਂ ਦਾ ਸੋਚਣਾ, ਆਪਣੀ ਜਿੱਦਾਂ ਦੀ ਸੁਸਾਇਟੀ ਆ ਆਪਾਂ ਉੱਦਾਂ ਦਾ ਸੋਚਣਾ। ਠੀਕ ਨਹੀਂ, ਹਰੇਕ ਤਾਂ ਬੰਦੇ 'ਤੇ ਡਿਪੈਂਡ ਹੁੰਦਾ ਕਿ ਹਰੇਕ ਬੰਦੇ ਦੀ ਥਿੰਕਿੰਗ ਵੱਖੋ ਵੱਖਰੀ ਹੁੰਦੀ ਆ। ਤਾਂ ਹੁਣ ਪਿੰਡ ਦੇ ਵਿੱਚੋਂ ਕਿੱਦਾਂ ਦਾ ਰਿਸਪੌਂਸ ਆ? ਪੜ੍ਹਨ ਲਈ ਇੱਥੇ ਆਉਂਦੇ ਨੇ ਕਿ ਨੌਜਵਾਨ ਆਉਂਦੇ ਨੇ, ਜਾਂ ਫਿਰ ਕੋਈ ਬਜ਼ੁਰਗ ਆਉਂਦਾ ਹੈ, ਜਾਂ ਫਿਰ ਨੋਰਮਲ ਬੱਚੇ ਆਪਾਂ ਜੇਕਰ ਗੱਲ ਕਰੀਏ ਛੋਟੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਤਾਂ ਉਹ ਇੱਥੇ ਆਉਂਦੇ ਨੇ ਪੜ੍ਹਨ ਲਈ, ਕਿਤਾਬਾਂ ਪੜ੍ਹਨ ਲਈ? ਵਧੀਆ ਵੀਰੇ, ਬਹੁਤ ਵਧੀਆ ਰਿਸਪੌਂਸ ਆ। ਮਤਲਬ ਕਿ ਅਸੀਂ ਇਵਨ ਸੋਚਿਆ ਵੀ ਨਹੀਂ, ਸੋਚ ਤੋਂ
ਬਾਬੇ ਨਾਨਕ ਨੇ ਉਹ ਵੱਧ ਕਰਕੇ ਦਿਖਾਇਆ। ਤੇ ਮਤਲਬ ਬਾਬੇ ਨਾਨਕ ਦੀ ਮਿਹਰ ਨਾਲ ਹੁਣ ਤੇ ਇੱਥੇ ਵੀਰੇ ਲੇਡੀਜ਼ ਆਪ ਆ ਕੇ ਕਿਤਾਬਾਂ ਮੰਗ ਲੈਂਦੀਆਂ ਸਾਡੇ ਕੋਲ ਕਿ ਸਾਨੂੰ ਹਾਰ ਸ਼ਿੰਗਾਰ ਵਰਗੇ ਮੈਗਜ਼ੀਨ ਮੈਂ ਇੱਥੇ ਸਪੈਸ਼ਲ ਲਗਵਾਏ ਪਏ, ਹਾਰ ਸ਼ਿੰਗਾਰ ਦੇ ਹੋ ਗਏ ਜਾਂ ਸਬਜ਼ੀਆਂ ਕਿਵੇਂ ਬਣਾਈ ਦੀਆਂ, ਖਾਣੇ ਕਿਵੇਂ ਬਣਾਈ ਦੇ, ਇੱਦਾਂ ਦੇ ਵੀਰੇ ਕਿਤਾਬਾਂ ਵੀ ਲੇਡੀਜ਼ ਵਾਸਤੇ ਮੰਗਾਈਆਂ। ਉਹਨਾਂ ਨੇ ਆਪ ਆ ਕੇ ਦੱਸਿਆ ਸਾਨੂੰ ਕਿ ਕਿਤਾਬਾਂ, ਤੇ ਇਵਨ ਉਹੀ ਲੋਕ ਕੀ ਕਹਿੰਦੇ ਕਿ ਕਿਤਾਬਾਂ ਨਹੀਂ ਪੜ੍ਹਨੀਆਂ ਕਿਸੇ ਨੇ। ਹੁਣ ਇੱਥੇ ਘੱਟੋ 280 ਲਾਗੇ ਬੰਨੇ ਹੋ ਗਏ ਆਪਣੇ ਕਿਤਾਬਾਂ ਇਸ਼ੂ ਹੋ ਗਈਆਂ 4 ਮੰਥ 'ਚ। ਤੇ ਮੈਂ ਉਹਨਾਂ ਨੂੰ ਕਹਿੰਦਾ ਯਾਰ ਰਜਿਸਟਰ ਤੇ ਨੰਬਰ ਵੀ ਲਿਖੇ, ਬਕਾਇਦਾ ਸਾਰਾ ਕੁਝ ਲਿਖਿਆ। ਜੇ ਤੁਹਾਨੂੰ ਨਹੀਂ ਯਕੀਨ ਕੋਈ ਕਿਤਾਬਾਂ ਪੜ੍ਹਦਾ, ਇਹਨਾਂ ਦੇ ਫੋਨ ਲਾ ਕੇ ਪੁੱਛੋ ਕਿ ਉਹ ਕਿਤਾਬਾਂ ਲੈ ਕੇ ਗਿਆ ਕਿ ਨਹੀਂ ਲੱਗਾ। ਹੁਣ ਈਵਨ ਕੱਲ੍ਹ ਸਲਾਮਪੁਰ ਤੋਂ ਮੁੰਡੇ 2 ਆਏ ਸੀ, ਉਹ ਕਿਤਾਬਾਂ ਲੈ ਗਿਆ। ਈਵਨ ਹੁਣ ਰਾਤ ਨੂੰ ਵੀ ਇੱਕ ਮੁੰਡਾ ਫਰੀਸਰਾਂ ਦਾ ਮੁੰਡੇ ਦਾ ਮੈਂ ਸਪੈਸ਼ਲ ਜ਼ਿਕਰ ਕਰਦਾ ਵੀਰੇ ਦਾ, ਉਹ ਰਾਤ ਨੂੰ 9 ਵਜੇ ਆਇਆ ਕੰਮ ਤੋਂ, ਤੇ 9 ਵਜੇ ਆ ਕੇ ਕਹਿੰਦਾ ਵੀਰੇ ਮੈਂ ਕਿਤਾਬ ਲੈਣੀ। ਤਾਂ ਅਸੀਂ 9 ਵਜੇ ਲਾਇਬ੍ਰੇਰੀ ਓਪਨ ਕਰਤੀ। ਮੈਂ ਕਿਹਾ ਚੱਲ ਤੂੰ ਲੈ ਕੇ ਜਾ, ਕੋਈ ਨਹੀਂ ਤੂੰ ਪੜ੍ਹਨ ਵਾਲਾ, ਕਿ ਸਾਨੂੰ ਮਤਲਬ ਵਧੀਆ ਲੱਗਾ ਕਿ ਤੂੰ 9 ਵਜੇ ਵੀ ਆ ਕੇ ਕਿਤਾਬ ਮੰਗ ਲਈ ਰਾਤ ਨੂੰ। ਈਵਨ ਰਾਤ ਨੂੰ ਵੀ ਆ ਕੇ ਕਿਤਾਬਾਂ ਲੈ ਕੇ ਚੱਲ ਜਾਂਦੇ ਆ। ਮਤਲਬ ਸਾਰੇ ਪਾਸੇ 8-10 ਪਿੰਡ ਹੋ ਗਏ, 2 ਸ਼ਹਿਰ ਹੋ ਗਏ, ਲੇਡੀਜ਼ ਬੱਚੇ ਸਾਰੇ ਤਰ੍ਹਾਂ ਦੀਆਂ ਕਿਤਾਬਾਂ ਇੱਥੇ ਅਵੇਲੇਬਲ ਆ, ਤੇ ਸਾਰੇ ਤਰ੍ਹਾਂ ਦੇ ਇੱਥੇ ਕਿਤਾਬਾਂ ਲੈ ਕੇ ਜਾਂਦੇ ਆ। ਜੀ ਬਿਲਕੁਲ। ਤਾਂ ਪਿੱਛੇ ਆ ਬੜਾ ਵਧੀਆ ਤੁਸੀਂ ਜਿਹੜਾ ਇੱਕ ਮਾਹੌਲ ਬਣਾਇਆ ਹੋਇਆ, ਇੱਥੇ ਲਿਖਿਆ ਵੀ ਹੋਇਆ ਹੈ, ਇਹ ਚਲੋ ਚਲੀ ਦਾ ਮੇਲਾ ਇੱਕ ਪਲ ਬਹਿ ਸੱਜਣਾ। ਤਾਂ ਆ ਜਿਹੜੇ ਸ਼ਬਦ ਤੁਸੀਂ ਲਿਖੇ ਹੋਏ ਨੇ ਠੇਠ ਪੰਜਾਬੀ ਦੀ ਆਪਾਂ ਜੇਕਰ ਗੱਲ ਕਰੀਏ, ਮੜਕ ਦੀ ਗੱਲ ਕਰੀਏ, ਘੈਂਟ ਦੀ ਗੱਲ ਕਰੀਏ, ਟਪੂਸੀ ਹੋ ਗਿਆ, ਬੇਲੜ ਹੋ ਗਿਆ, ਜਾਂ ਫਿਰ ਲੋਟ ਸ਼ਬਦ ਹੋ ਗਿਆ, ਭੜਥੂ ਹੋ ਗਿਆ, ਤਾਂ ਇਹ ਜਿਹੜਾ ਸ਼ਬਦ ਆਈਡੀਏ ਨੇ, ਇਹ ਕੋਈ ਮਾਈਂਡ ਦੇ ਵਿੱਚ ਕਿਸੇ ਨੇ ਦੱਸਿਆ ਸੀ ਜਾਂ ਆਪਣੇ ਮਾਈਂਡ ਦੇ ਵਿੱਚ ਤੁਹਾਡੇ ਆਇਆ ਸੀ ਕਿ ਇਦਾਂ ਦੀ ਚੀਜ਼ ਵੀ ਇੱਕ ਬਣਾਉਣੀ ਹੈ ਆਪਾਂ? ਇੱਕ ਵੀਰੇ ਗੱਲ ਹੈ ਕਿ ਨਾ, ਜੇ ਕਹਿੰਦੇ ਹੁੰਦੇ ਸਿਆਣੇ ਕਿ ਮਤਲਬ ਕਿਸੇ ਨੂੰ ਬਦਅਸੀਸ ਦੇਣੀ ਹੈ ਨਾ, ਉਹਨੂੰ ਕਹਿ ਦਿਓ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ। ਕਿ ਸਭ ਤੋਂ ਮਾੜੀ ਮਤਲਬ ਕਿ ਇੱਕ ਚੀਜ਼ ਉਹੀ ਮੰਨੀ ਗਈ ਹੈ, ਮਤਲਬ ਕਿ ਬਦਅਸੀਸੀ ਉਹੀ ਮੰਨੀ ਗਈ, ਜੇ ਤੈਨੂੰ ਆਪਣੀ ਮਾਂ ਬੋਲੀ ਨਾਲ ਨਹੀਂ ਪਿਆਰ ਤਾਂ ਤੈਨੂੰ ਕਿਸੇ ਦਾ ਨਹੀਂ। ਸਾਨੂੰ ਇਹ ਕਿ ਮਾਂ ਬੋਲੀ ਜਿਹੜੀ ਨਾ, ਉਹਨੂੰ ਲੋਕਾਂ ਨੂੰ ਦਿਖਾਇਆ ਜਾਵੇ। ਜਿਹੜੇ ਆਪਾਂ ਆਮ ਸ਼ਬਦ ਜਿਹੜੇ ਭੁੱਲ ਗਏ ਆ ਜਾਂ ਵਿਸਰ ਗਏ ਆ, ਜਾਂ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਜਮਾਂ ਹੀ ਨਹੀਂ ਪਤਾ, ਕਿ ਉਹਨਾਂ ਨਾਲ ਵੀ ਜੁੜੇ ਜਾਵੇ। ਕਿ ਉਹ ਵੀ ਗੱਲ ਹੈ ਕਿ ਦੇਖ ਕੇ ਲੋਕੀ ਹਮੇਸ਼ਾ ਚੀਜ਼ ਮਨ 'ਚ ਵਿਸਰ ਜਾਂਦੀ ਆ। ਕਿਤੇ ਵੀ ਆਪਾਂ ਟੂਰ 'ਤੇ ਜਾਂਦੇ ਹਾਂ, ਕਿਤੇ ਵੀ ਆਪਾਂ ਜਾਂਦੇ ਹਾਂ, ਜਿਹੜੀ ਆਪਾਂ ਨੂੰ ਚੀਜ਼ ਉੱਥੇ ਅਟੈਚ ਕਰਕੇ ਆਪਾਂ ਅੱਖੀਂ ਦੇਖ ਲੈਂਦੇ ਹਾਂ, ਉਹ ਆਪਾਂ ਨੂੰ ਜ਼ਿਆਦਾ ਯਾਦ ਰਹਿੰਦੀ ਹੈ। ਈਵਨ ਆਪਾਂ ਕਿਤਾਬਾਂ ਤੋਂ ਪੜ੍ਹਦੇ ਹਾਂ, ਕਿਤੇ ਵੀ ਪੜ੍ਹਦੇ ਹਾਂ, ਉਹ ਚੀਜ਼ ਆਪਾਂ ਨੂੰ ਭੁੱਲ ਸਕਦੀ, ਪਰ ਜਿਹੜੀ ਆਪਾਂ ਅੱਖੀਂ ਦੇਖ ਕੇ ਘੁੰਮ ਕੇ ਦੇਖੀ ਹੁੰਦੀ ਆ, ਉਹ ਨਹੀਂ ਭੁੱਲਦੀ। ਅਸੀਂ ਕਿ ਇਕੱਲੇ ਗਿਆਨ ਨਾਲ ਇੱਥੋਂ ਲੈ ਕੇ ਜਾਣਾ, ਆਪਣੇ ਵਿਰਸੇ ਨਾਲ ਵੀ ਜੁੜੇ ਜਾਵੇ। ਈਵਨ ਅਸੀਂ ਅੰਦਰ ਸਾਜ਼ ਸੂਝ ਸਾਰਾ ਕੁਛ ਰੱਖਿਆ ਪਿਆ ਵਾ, ਉਹ ਇਸੇ ਕਰਕੇ ਰੱਖਿਆ ਪਿਆ ਕਿ ਲੋਕਾਂ ਨੂੰ ਆਪਣੇ ਕਲਚਰ ਨਾਲ ਵੀ ਜੋੜਿਆ ਜਾਵੇ। ਤਾਂ ਹੁਣ ਆਪਾਂ ਅੰਦਰ ਦਾ ਮਾਹੌਲ ਵੀ ਦਿਖਾਵਾਂਗੇ, ਲੋਕ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਅੰਦਰ ਜਿਹੜਾ ਕਿਤਾਬਾਂ ਰੱਖੀਆਂ ਹੋਈਆਂ ਨੇ, ਔਰ ਕੀ ਅੰਦਰ ਨਵੀਂ ਚੀਜ਼ ਹੈ ਜਿਹਦੇ ਤੋਂ ਆਪਾਂ ਨੂੰ ਇੱਕ ਵਧੀਆ ਸੰਦੇਸ਼ ਮਿਲਦਾ, ਤਾਂ ਆਪਾਂ ਉਹ ਵੀ ਜ਼ਰੂਰ ਤੁਹਾਨੂੰ ਦਿਖਾਵਾਂਗੇ। ਤਾਂ ਅੰਦਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬਾਈ ਮਨਦੀਪ ਉਹਨਾਂ ਨੇ ਬਹੁਤ ਸੋਹਣੀਆਂ ਜਿਹੜੀਆਂ ਤਸਵੀਰਾਂ ਵੀ ਲਗਾਈਆਂ ਹੋਈਆਂ ਨੇ, ਪੰਜਾਬੀ ਵਿਰਸੇ ਨਾਲ ਜੋੜਦੀਆਂ ਜਿਹੜੀਆਂ ਤਸਵੀਰਾਂ ਨੇ। ਪਿੱਛੇ ਤੁਹਾਨੂੰ ਦਿਖਾਵਾਂਗੇ ਅਸੀਂ ਕੈਮਰੇ ਦੇ ਰਾਹੀਂ, ਜਿਹੜੀਆਂ ਉਹ ਚਾਹੇ ਕਿਸਾਨਾਂ ਦੀ ਗੱਲ ਹੋਵੇ ਜਾਂ ਫਿਰ ਮਜ਼ਦੂਰਾਂ ਦੀ ਗੱਲ ਹੋਵੇ, ਤਾਂ ਹਰ ਵਰਗ ਦੀ ਤੁਹਾਨੂੰ ਇੱਥੇ ਤਸਵੀਰ ਆ ਜਿਹੜੀ ਉਹ ਨਜ਼ਰ ਆ ਰਹੀ ਹੋਏਗੀ। ਤਾਂ ਭਗਤ ਸਿੰਘ ਦੀ ਵੀ ਇੱਕ ਇੱਥੇ ਤਸਵੀਰ ਲੱਗੀ ਹੋਈ, ਔਰ ਉਹਦੇ ਨਾਲ ਕੁਝ ਸਤਰਾਂ ਲਿਖੀਆਂ ਨੇ, ਅੱਖਾਂ ਬੰਦ ਕਰਕੇ ਨਾ ਪੜ੍ਹੋ, ਇਹ ਨਾ ਸਮਝੋ ਜੋ ਪੁਸਤਕਾਂ ਵਿੱਚ ਲਿਖਿਆ ਸਹੀ ਹੈ, ਪੜ੍ਹੋ, ਵਿਚਾਰੋ, ਸੋਚੋ ਅਤੇ ਆਲੋਚਨਾ ਕਰੋ, ਇਸ ਦੀ ਮਦਦ ਨਾਲ ਨਵੇਂ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰੋ। ਤਾਂ ਮਨਦੀਪ ਬਾਈ ਜੀ, ਇਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਜਿਹੜੇ ਇਹ ਆਈਡੀਆ, ਤਾਂ ਇਹਦੇ ਬਾਰੇ ਤੁਸੀਂ ਕਿਸ ਤਰੀਕੇ ਨਾਲ ਇਹ ਮਾਈਂਡ ਦੇ ਵਿੱਚ ਆਈ ਸੀ? ਵੀਰ ਜੀ, ਇੱਦਾਂ ਕਿ ਜਿਹੜੀਆਂ ਫੋਟੋਆਂ ਉਹ ਤਾਂ ਇਸ ਕਰਕੇ ਲਗਾਈਆਂ ਪਈਆਂ ਕਿ ਆਪਣੇ ਪੰਜਾਬੀ ਲੋਕ ਕਲਚਰ ਨਾਲ ਜਿਵੇਂ ਜੁੜੇ ਜਾਣ, ਪਲੱਸ ਨਾਲ ਆਪਣੇ ਲੋਕੀ ਕਿਰਤੀ ਲੋਕ ਜਾਣੇ ਜਾਂਦੇ ਆ ਕਿ ਵੱਖੋ ਵੱਖਰੇ ਕਿੱਤਿਆਂ ਦੇ ਨਾਲ ਜੁੜੇ ਹੋਏ ਆ। ਅਤੇ ਉਹ ਹਰੇਕ ਕਿੱਤਾ ਇੱਥੇ ਜਿਹੜਾ ਪੰਜਾਬੀ ਪੁਰਾਣਾ ਕਿੱਤਾ ਹੁੰਦਾ ਸੀ, ਜਿਵੇਂ ਆਪਣੇ ਕਪਾਹ ਦੀ ਖੇਤੀ ਹੋ ਗਈ ਜਾਂ ਗਧਾਈ ਵਾਲੀ ਹੋ ਗਈ, ਮਤਲਬ ਇਵੇਂ ਕਲਚਰ ਜਿਹੜਾ ਆਪਣਾ ਪੁਰਾਣਾ ਕਲਚਰ ਸੀ, ਕੰਮਾਂ ਦੇ ਵਿੱਚ ਸੀ, ਉਹ ਵੀ ਦਿਖਾਇਆ ਜਾਵੇ। ਉਹਦੇ ਨਾਲ ਵੀ ਮਤਲਬ ਇੱਥੇ ਕਲਚਰ ਦੇ ਨਾਲ ਜੁੜਿਆ ਜਾਵੇ, ਪਲੱਸ ਗਿਆਨ ਨਾਲ ਜੁੜਿਆ ਜਾਵੇ। ਉਹ ਦੋਨੇ ਚੀਜ਼ਾਂ ਦਿਖਾਉਣ ਦਾ ਕਰਕੇ, ਪਲੱਸ ਭਗਤ ਸਿੰਘ ਜੀ ਦੀ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਗੱਲ ਕੀਤੀ ਸੀ ਕਿ ਭਗਤ ਸਿੰਘ ਜੀ ਇੱਕ ਇੱਦਾਂ ਦੀ ਸ਼ਖਸੀਅਤ ਆ ਪੰਜਾਬ ਦੀ ਕਿ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਆਖਰੀ ਸਮੇਂ 'ਚ, ਜਦੋਂ ਕਹਿ ਲਓ ਆਖਰੀ ਕੁਛ ਟਾਈਮ ਰਹਿ ਗਿਆ ਸੀ, ਉਦੋਂ ਵੀ ਉਹ ਕਿਤਾਬਾਂ ਪੜ੍ਹਦੇ ਰਹੇ। ਕਿ ਉਦੋਂ ਵੀ ਉਹਨਾਂ ਨੇ ਕਿਤਾਬ ਦਾ ਵਰਕਅਪ ਮੋੜ ਕੇ ਗਿਆ ਸੀ ਕਿ ਬਈ ਮੈਂ ਆਊਂਗਾ, ਫਿਰ ਪੜ੍ਹੂੰਗਾ, ਇੱਥੋਂ ਹੀ ਪੜ੍ਹਨੀ ਸ਼ੁਰੂ ਕਰੂੰਗਾ। ਕਿ ਉਹ ਮਤਲਬ ਇੰਨਾ ਨਾਮ ਖੱਟ ਕੇ ਕਿਤਾਬਾਂ ਨਾਲ ਨਹੀਂ ਹਟੇ। ਅਤੇ ਆਪਾਂ ਕਿਹੜੀ ਆਪਾਂ ਸੋਸ਼ਲ ਮੀਡੀਆ 'ਤੇ ਗੌਸਪੀ ਕਰ ਲਈ, ਮਾੜੀ ਗੌਸਪੀ ਕਰ ਲਈ, ਰੀਲ ਦੇਖ ਲਈ, ਆਪਾਂ ਤਾਂ ਉੱਥੇ ਟਾਈਮ ਵੇਸਟ ਕਰੀ ਜਾ ਰਹੇ ਹਾਂ। ਕਿ ਨੌਜਵਾਨਾਂ ਨੂੰ ਜਦ ਕੀ ਚਾਹੀਦਾ ਕਿ ਕਿਤਾਬਾਂ ਨਾਲ ਜ਼ਿਆਦਾ ਜੋੜਨ, ਗਿਆਨ ਨਾਲ ਲਿਆ ਜਾਵੇ, ਕਿ ਆਪਣੇ ਨਵੇਂ ਵਿਚਾਰ ਬਣਾਏ ਜਾਣ। ਅਤੇ ਮਤਲਬ ਉਹ ਚੀਜ਼ ਨੂੰ ਛੱਡ ਕੇ ਆਪਾਂ ਉਲਟ ਪਾਸੇ ਲੱਗ ਗਏ ਹਾਂ ਕਿ ਉਹ ਮਤਲਬ ਕਿ ਭਗਤ ਸਿੰਘ ਦੇ ਜਿੱਦਾਂ ਆਪਾਂ ਮਤਲਬ ਕੱਲੀਆਂ ਟੀ-ਸ਼ਰਟਾਂ ਪਾ ਲਈਆਂ, ਨਾਮ ਦੀਆਂ ਫੋਟੋਆਂ ਲਾ ਲਈਆਂ, ਉੱਥੇ ਨਹੀਂ, ਮਤਲਬ ਜਿਹੜਾ ਉਹ ਕੰਮ ਕਰਦੇ ਸੀ ਉਸ ਨਾਲ ਜੁੜਿਆ ਜਾਵੇ। ਵਿਚਾਰਾਂ ਦੇ ਨਾਲ ਜੁੜਨਾ ਜ਼ਰੂਰੀ ਹੈ, ਨਾ ਕਿ ਟੀ-ਸ਼ਰਟਾਂ ਪਾਓ ਬਿਲਕੁਲ, ਪਰ ਉਹਨਾਂ ਦੇ ਵਿਚਾਰ ਨੇ ਜਿਹੜੇ, ਉਹਨਾਂ ਦੇ ਨਾਲ ਵੀ ਜੁੜਨਾ ਜ਼ਰੂਰੀ ਹੈ। ਕਿ ਉਹਨਾਂ ਨੂੰ ਆਪਣੇ ਆਪ ਤੋਂ ਅਗਰ ਆਪਾਂ ਅਮਲ ਕਰਨਾ ਸ਼ੁਰੂ ਕਰਾਂਗੇ, ਆਪਣੇ ਨਾਲ ਦੇ ਤੋਂ ਅਮਲ ਕਰਵਾਉਣਾ ਸ਼ੁਰੂ ਕਰਾਂਗੇ, ਤਾਂ ਫਿਰ ਸ਼ਾਇਦ ਆ ਜਿਹੜਾ ਇੱਕ ਬਦਲਾਅ ਹੈ, ਜੋ ਚੀਜ਼ ਭਗਤ ਸਿੰਘ ਚਾਹੁੰਦੇ ਸੀ, ਤਾਂ ਉਹ ਜ਼ਰੂਰ ਦੇਖਣ ਨੂੰ ਮਿਲੇਗੀ। ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਉਹਨਾਂ ਨੂੰ ਆਪਾਂ ਅਮਲ ਕਰਨਾ ਪਏਗਾ ਉਹਨਾਂ ਵਿਚਾਰਾਂ ਦੇ। ਮਤਲਬ ਜੇ ਸਹੀ ਤਰ੍ਹਾਂ ਫੈਨ ਬਣਨਾ, ਜਿਹਨੂੰ ਆਪਾਂ ਫੈਨ ਨੂੰ ਨਾਮ ਸ਼ਬਦ ਲਾ ਲਈਦਾ, ਕਿ ਮਤਲਬ ਦੇਖੋ ਕਿ ਭਗਤ ਸਿੰਘ ਨੇ ਜ਼ਿਆਦਾ ਸਮਾਂ ਕਿਤਾਬਾਂ 'ਚ ਬਿਤਾਇਆ, ਜੇਲ੍ਹ 'ਚ ਵੀ ਸੀ। ਉਹਨਾਂ ਦੀ ਪਹਿਲੀ ਮੰਗ ਕੀ ਸੀ? ਸਾਨੂੰ ਇੱਥੇ ਮੈਗਜ਼ੀਨ ਮਿਲਣੀ ਚਾਹੀਦੀ, ਕਿਤਾਬਾਂ ਮਿਲਣੀਆਂ ਚਾਹੀਦੀਆਂ, ਅਖਬਾਰਾਂ ਮਿਲਣੀਆਂ
ਮਿਲਣੀਆਂ ਚਾਹੀਦੀਆਂ। ਉਹਦਾ ਕਰਕੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ ਕਿ ਹੋਰ ਈਵਨ ਹੋਰ ਕਿਸੇ ਚੀਜ਼ ਦਾ ਕਰਕੇ ਨਹੀਂ ਭੁੱਖ ਹੜਤਾਲ ਰੱਖੀ ਸੀ, ਇਕੱਲੀ ਉਸ ਕਰਕੇ ਸੀ। ਅਤੇ ਈਵਨ ਆਪਾਂ ਹੁਣ ਕੀ ਕਰਦੇ ਹਾਂ, ਕਿਤਾਬਾਂ ਆਪਣੇ ਹਰੇਕ ਜਗ੍ਹਾ 'ਤੇ ਮਿਲ ਜਾਂਦੀਆਂ। ਹੁਣ ਫੇਅਰ ਵੀ ਚੱਲਦੇ, ਕਈ ਫੇਅਰ ਚੱਲਦੇ ਪਏ, ਬੁੱਕ ਫੇਅਰ ਚੱਲਦੇ ਪਏ, ਬਟ ਆਪਾਂ ਉੱਥੋਂ ਹੀ ਕਿਤਾਬਾਂ ਨਹੀਂ ਲੈਂਦੇ ਪਏ। ਆਪਾਂ ਬਸ ਇਹ ਕਿ ਮੇਰੇ ਕੋਲ ਵਧੀਆ ਫੋਨ ਹੋਵੇ ਕਿ ਮੈਂ ਉਹ ਕੰਮ ਕਰ ਲਾਂ, ਈਵਨ ਕਿਤਾਬਾਂ ਨਾਲ ਨਾ ਜੁੜਾਂ, ਕਿ ਉਹ ਮਤਲਬ ਜੇ ਭਗਤ ਸਿੰਘ ਦਾ ਸਹੀ ਫੈਨ ਬਣਨਾ ਤਾਂ ਉਹ ਕਿਤਾਬਾਂ ਨਾਲ ਬਣਿਆ ਜਾਣਾ। ਤਾਂ ਤੁਹਾਡੇ ਕੋਲ ਕਿੰਨੀਆਂ ਕਿਤਾਬਾਂ ਨੇ ਇਸ ਟਾਈਮ 'ਤੇ, ਜਾਂ ਕਿਹੜੇ ਵਿਸ਼ੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਇੱਥੇ ਤੁਹਾਡੇ ਕੋਲ ਨੇ, ਤਾਂ ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਬਿਲਕੁਲ ਵੀਰ ਜੀ, ਆਪਣੇ ਕੋਲ ਪੰਜਾਬੀ, ਹਿੰਦੀ, ਇੰਗਲਿਸ਼, ਉਰਦੂ 4 ਲੈਂਗੁਏਜ ਦੀਆਂ ਕਿਤਾਬਾਂ ਨੇ। ਤਾਂ ਮਤਲਬ ਕਿ ਇੱਥੇ ਕੋਈ ਪੈਸਾ ਨਹੀਂ, ਕੋਈ ਸਿਕਿਉਰਿਟੀ ਨਹੀਂ ਹੈ। ਮਤਲਬ ਕਿ ਜੇ ਤੁਹਾਨੂੰ ਲੱਗਦਾ ਕਿਸੇ ਕੋ ਵੀ 1 ਰੁਪਿਆ ਵੀ ਰਿਹਾ, ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਕਿ ਬਾਈ ਸਾਨੂੰ ਆ ਕੇ ਸਵਾਲ ਜਵਾਬ ਕਰ ਸਕਦਾ ਕਿ ਈਵਨ ਅਸੀਂ ਕਿਸੇ ਕੋ 1 ਰੁਪਿਆ ਵੀ ਨਹੀਂ, ਇੱਥੇ ਇੱਕ ਵੀ ਮਤਲਬ ਕਿ ਕਿਤਾਬ ਦਾ 1 ਰੁਪਿਆ ਵੀ ਨਹੀਂ ਲਿਆ। ਈਵਨ ਰਾਈਟਰਾਂ ਨੇ ਬਹੁਤ ਵਧੀਆ ਸਪੋਰਟ ਦਿੱਤੀ ਹੈ। ਜੋ ਪੋਜ਼ੀਟਿਵ ਕੰਮ ਆ ਤੁਹਾਨੂੰ ਆਟੋਮੈਟਿਕਲੀ ਸਪੋਰਟ ਦੇਣਗੇ। ਉਹਨਾਂ ਨੇ ਆਪਣੀਆਂ ਜਿਹੜੀਆਂ ਮਤਲਬ ਰਚੀਆਂ ਹੋਈਆਂ ਕਿਤਾਬਾਂ ਉਹ ਭੇਜੀਆਂ। ਈਵਨ ਸਾਡੇ ਕੋਲ ਆਈਲੈਟਸ ਦੀਆਂ ਕਿਤਾਬਾਂ ਹੈਗੀਆਂ, ਜਨਰਲ ਨੌਲੇਜ ਦੀਆਂ ਕਿਤਾਬਾਂ ਹੈਗੀਆਂ, ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੀਆਂ ਕਿਤਾਬਾਂ ਹੈਗੀਆਂ, ਕਾਲਜ ਦੀਆਂ ਡਿਗਰੀ ਦੀਆਂ ਕਿਤਾਬਾਂ ਹੈਗੀਆਂ। ਮਤਲਬ ਪੰਜਾਬੀ 'ਚ ਜਿੰਨੀਆਂ ਕਿ ਵੰਨਗੀਆਂ ਵਾ, ਨਾਵਲ, ਕਹਾਣੀਆਂ, ਕਿੱਸੇ, ਲੋਕ ਗੀਤ, ਮਤਲਬ ਜਿੰਨੀਆਂ ਵੀ ਬਣ ਗਈਆਂ, ਵਾਰਤਕ ਹੋ ਗਈ, ਮਤਲਬ ਹਰੇਕ ਤੇ ਮਿਲ ਜਾਣਗੀਆਂ। ਮਤਲਬ ਈਵਨ ਕਿ ਸਾਡੇ ਕੋਲ 1980 ਦਾ ਲਿਟਰੇਚਰ ਹੀ ਮਿਲ ਜਾਊਗਾ, ਜਿਹੜਾ ਬਹੁਤ ਘੱਟ ਲਾਇਬ੍ਰੇਰੀ 'ਚ 1990 ਭਾਸ਼ਾ ਵਿਭਾਗ ਪੰਜਾਬ ਹੋ ਗਈ, NBT ਬੁੱਕ ਛਾਪਦੀ ਆ, ਉਹਨਾਂ ਦੀਆਂ ਵੀ ਕਿਤਾਬਾਂ ਮਿਲ ਜਾਣਗੀਆਂ। ਮਤਲਬ ਕਿ ਹਰੇਕ ਤਰ੍ਹਾਂ ਦਾ ਲਿਟਰੇਚਰ ਤੁਸੀਂ ਸਾਨੂੰ ਆ ਕੇ ਦੱਸ ਦਿਓ ਬਈ ਆਹ ਕਿਤਾਬ ਚਾਹੀਦੀ। ਈਵਨ ਅਸੀਂ ਇਹ ਵੀ ਕੀਤਾ ਪਿਆ ਕਿ ਬਈ ਜਦੋਂ ਸਾਨੂੰ ਕੋਈ ਕਿਤਾਬ ਅਸੀਂ ਆਪਣੇ ਪੈਸਿਆਂ 'ਤੇ ਉਹ ਵੀ ਕਿਤਾਬ ਮੰਗਾ ਦਿੱਤੀ। ਮਤਲਬ ਕੋਈ ਡਿਮਾਂਡ ਆਉਂਦੀ ਹੈ ਕਿ ਇੱਥੇ ਕਿਤਾਬ ਤੁਹਾਡੇ ਕੋਲ ਨਹੀਂ ਹੈ, ਤਾਂ ਤੁਸੀਂ ਟਾਈਮ ਦਿੰਦੇ ਹੋ ਕਿ ਉਹ ਇੰਨੇ ਦਿਨਾਂ ਤੱਕ ਜਿਹੜੀ ਕਿਤਾਬ ਤੁਹਾਨੂੰ ਅਸੀਂ ਮੁਹੱਈਆ ਕਰਵਾ ਦਾਂਗੇ। ਹਾਂ ਬਈ, ਉਹ ਮਤਲਬ ਪਬਲਿਸ਼ਰ ਆਪਣੇ ਪੰਜਾਬ ਦੇ ਜਿੰਨੇ ਹੈਗੇ ਆ ਉਹ ਸਾਰੇ ਜੁੜੇ ਪਏ ਆਪਣੇ ਨਾਲ, ਅਤੇ ਆਪਾਂ ਉਹਨਾਂ ਨੂੰ ਫੋਨ ਕਰਦੇ ਬਈ ਤੁਹਾਡੇ ਕੋਲ ਕਿਤਾਬ ਅਵੇਲੇਬਲ ਆ, ਇੰਨਾ ਕੁ ਅਸੀਂ ਖਰਚਾ ਤੁਹਾਨੂੰ ਭੇਜਦੇ ਹਾਂ, ਸਾਨੂੰ ਕਿਤਾਬ ਭੇਜ ਦਿਓ। ਫਿਰ ਉਹਨੂੰ ਬਾਈ ਨੂੰ ਫੋਨ ਕਰ ਦਿੱਤਾ ਜਿਹੜਾ ਵੀ ਕਿਤਾਬ ਲੈਣ ਆਇਆ ਕਿ ਅਸੀਂ ਆਹ ਕਿਤਾਬ ਅਵੇਲੇਬਲ ਕਰਾਤੀ ਆ। ਜਦੋਂ ਸ਼ੁਰੂਆਤ ਕੀਤੀ ਸੀ ਤਾਂ ਕਿੰਨੀਆਂ ਕਿਤਾਬਾਂ ਤੋਂ ਕੀਤੀ ਸੀ ਇੱਥੇ ਤੁਸੀਂ, ਤੇ ਕਿੰਨੀਆਂ ਕੁ ਕਿਤਾਬਾਂ ਰੱਖੀਆਂ ਸੀ ਉਸ ਟਾਈਮ ਦੇ ਉੱਤੇ ਜਦੋਂ ਸ਼ੁਰੂਆਤ ਹੋਈ ਸੀ? ਕਿਉਂਕਿ ਸ਼ੁਰੂਆਤ ਦੇ ਵਿੱਚ ਥੋੜ੍ਹਾ ਜਿਹਾ ਇੱਕ ਆਪਾਂ ਨੂੰ ਹੁਲਾਰਾ ਵੀ ਚਾਹੀਦਾ ਹੁੰਦਾ ਕਿ ਨਾ ਇੱਕ ਨਵੀਂ ਚੀਜ਼ ਸ਼ੁਰੂ ਕਰਨ ਲੱਗੇ ਹਾਂ। ਜਦੋਂ ਫਿਰ ਅਸੀਂ ਸਟਾਰਟ ਕੀਤੀ ਨਾ, ਉਦੋਂ ਸਾਨੂੰ ਲੱਗਦਾ ਕਿ ਅਸੀਂ ਪੈਸੇ ਵੇਸਟ ਕਰ ਰਹੇ ਕਿਤਾਬਾਂ 'ਤੇ, ਕਿ ਮਤਲਬ ਕਿ ਜਿਹੜਾ ਅਸਲੀ ਮੁੱਝ ਲੱਗ ਰਿਹਾ ਸੀ ਕਿ ਕੋਈ ਕਿਤਾਬਾਂ ਪਤਾ ਨਹੀਂ ਪੜ੍ਹਨ ਆਊਗਾ ਕਿ ਨਹੀਂ। ਫਿਰ ਸਾਨੂੰ ਲੱਗਿਆ ਜੇ ਸਾਡਾ ਸ਼ੌਂਕ ਹੈਗਾ ਅਸੀਂ ਆਪ ਤਾਂ ਪੜ੍ਹਾਂਗੇ। ਅਤੇ ਫਿਰ ਅਸੀਂ ਵੀਰੇ 600-700 ਕਿਤਾਬ ਤੋਂ ਸਟਾਰਟਿੰਗ ਕੀਤੀ ਸੀ, ਜਿਹੜੀਆਂ ਉਹ ਆਪਣੀ ਖਰੀਦੀਆਂ ਕਿਤਾਬਾਂ ਸੀ। ਅਤੇ ਈਵਨ ਸ਼ਾਹ ਮੁਹੰਮਦ ਆ ਮੁੰਡੇ ਦਾ ਨਾਮ, ਅਤੇ ਉਹ ਵੀਰਾ ਪਟਿਆਲੇ ਕਿਤਾਬਾਂ ਚਲਾਉਂਦਾ ਪਿਆ ਵਾ ਕਿ ਸ਼ਾਹ ਕਿਤਾਬਕਾਰ। ਅਤੇ ਉਹ ਵੀਰੇ ਨੇ ਨਾ ਇੱਦਾਂ ਹੀ ਮਤਲਬ ਫੋਨ ਲਗਾਇਆ ਸੀ, ਅਤੇ ਉਹ ਵੀਰੇ ਨੇ ਨਾ ਫੋਨ 'ਤੇ ਗੱਲ ਕੀਤੀ ਆਪਣੇ ਨਾਲ, ਕਹਿੰਦੇ ਯਾਰ ਇੱਦਾਂ ਲਾਇਬ੍ਰੇਰੀ ਬਣਾਓ ਕਿ ਤੁਸੀਂ ਕਿਤਾਬਾਂ ਨਾਲ ਹੋਰ ਜੁੜੋਗੇ, ਤੁਹਾਡੇ ਨਾਲ ਹੋਰ ਲੋਕ ਜੁੜਨਗੇ, ਤੁਹਾਨੂੰ ਵਧੀਆ ਕਿਤਾਬਾਂ ਮਿਲਣਗੀਆਂ, ਕਿ ਵਧੀਆ ਕਿਤਾਬਾਂ ਤੁਹਾਨੂੰ ਵਿਚਾਰ ਆਉਣਗੇ, ਲੋਕ ਤੁਹਾਡੇ ਨਾਲ ਜੁੜਨਗੇ, ਤੁਹਾਡਾ ਵਧੀਆ ਗਰੁੱਪ ਕ੍ਰੀਏਟ ਹੋਊਗਾ। ਅਤੇ ਫਿਰ ਉਹਨੇ ਵੀਰੇ ਨੇ ਲਾਇਬ੍ਰੇਰੀ ਦਾ ਕਿਹਾ, ਅਤੇ ਉਹਨੇ 13 ਨਾਮ ਉਹਨੇ ਵੀ ਸੋਚਿਆ ਸੀ, ਉਹਨੇ ਦਿੱਤਾ। ਅਤੇ ਦੈਨ ਫਿਰ ਹੌਲੀ ਹੌਲੀ ਵੀਰੇ ਲਾਇਬ੍ਰੇਰੀ ਬਣ ਗਈ। ਫਿਰ ਹੌਲੀ ਹੌਲੀ ਰਾਈਟਰਾਂ ਨੇ ਸਪੋਰਟ ਦਿੱਤੀ। ਪਹਿਲਾਂ ਕਲਾਕਾਰਾਂ ਨੇ ਸਟੋਰੀਆਂ ਪਾਈਆਂ ਕਿ ਅਸੀਂ ਬੁੱਕਸ ਤੱਕ ਕਿਤਾਬਾਂ ਦਾ ਮਤਲਬ ਇਹ ਪੇਜ ਬਣਾਇਆ ਕਿ ਸਾਨੂੰ ਪੁਸਤਕਾਂ ਦੀ ਲੋੜ ਆ। ਅਤੇ ਫਿਰ ਉਹਨਾਂ ਨੇ ਮਤਲਬ ਆਪਣਾ ਉਹ ਬਣਾਇਆ, ਪੇਜ ਬਣਾਇਆ। ਦੈਨ ਫਿਰ ਉਹਨਾਂ ਨੇ ਹੌਲੀ ਹੌਲੀ ਸ਼ੇਅਰ ਕੀਤਾ। ਇੰਨੀ ਕੁ ਸਪੋਰਟ ਆ ਗਈ ਵੀ ਰਾਈਟਰਾਂ ਨੇ, ਹਰੇਕ ਰਾਈਟਰ ਨੇ ਮੈਨੂੰ ਲੱਗਦਾ ਪੰਜਾਬ ਦੇ ਕੋਈ ਉੱਘੇ ਰਾਈਟਰਾਂ ਨੇ ਵੀ ਸਪੋਰਟ ਦਿੱਤੀ, ਕਿਤਾਬਾਂ ਦੇ ਕੇ ਗਿਆ ਇੱਥੇ। ਤਾਂ ਪ੍ਰੋਸੀਜਰ ਕੀ ਹੈ ਹੁਣ? ਜਿਵੇਂ ਮੰਨ ਲਓ ਕਿ ਇੱਥੇ ਕਿਤਾਬ ਪੜ੍ਹਨਾ ਆਉਂਦਾ ਹੈ ਤਾਂ ਨਾਰਮਲ ਤੁਸੀਂ ਉਹਨੂੰ ਕਿਤਾਬ ਦੇ ਦਿੰਦੇ ਹੋਗੇ ਅਤੇ ਬੈਠ ਕੇ ਉਹ ਪੜ੍ਹ ਲੈਂਦਾ ਹੈ। ਪਰ ਮੰਨ ਲਓ ਅਗਰ ਕੋਈ ਲੇਡੀਜ਼ ਨੇ, ਜਾਂ ਆਪਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਕੁੜੀਆਂ ਵੀ ਆਉਂਦੀਆਂ ਨੇ, ਤਾਂ ਫਿਰ ਉਹ ਇੱਥੇ ਹੀ ਪੜ੍ਹਦੀਆਂ ਨੇ ਜਾਂ ਉਹ ਆਪਣੇ ਘਰ ਵੀ ਕਿਤਾਬ ਲਿਜਾ ਸਕਦੀਆਂ ਨੇ? ਬਿਲਕੁਲ ਵੀਰੇ, ਇੱਥੇ 15 ਤੋਂ 20 ਦਿਨ ਦਾ ਪ੍ਰੋਸੈਸ ਵਾ, ਮਤਲਬ ਕੋਈ ਫੀਸ ਨਹੀਂ, ਵਿਦਾਊਟ ਫੀਸ। 15-20 ਦਿਨ ਉਹਦੇ ਹੱਥ ਨਾਲ ਐਂਟਰੀ ਪਾਈ ਜਾਂਦੀ ਆ, ਰਜਿਸਟਰ ਲੱਗਾ ਵੀਰੇ। ਅਤੇ ਇਹਦੇ ਹੱਥ ਨਾਲ ਨਾ ਹਰੇਕ ਦੇ ਆਪਣੇ ਹੱਥ ਨਾਲ ਐਂਟਰੀਆਂ ਪਾਈਆਂ ਪਈਆਂ। ਇਵਨ ਅਸੀਂ ਆਪਣੇ ਹੱਥ ਨਾਲ ਬਿਲਕੁਲ ਹੀ ਨਹੀਂ ਐਂਟਰੀ ਪਾਈ। ਕਿੰਨੀ ਤਰੀਕ ਨੂੰ ਰਿਟਰਨ ਕਰਕੇ ਗਿਆ, ਉਹ ਵੀ ਉਹਦਾ ਫੋਨ ਨੰਬਰ, ਉਹਦਾ ਪਿੰਡ, ਉਹ ਕਿਹੜੀ ਕਿਤਾਬ ਲੈ ਗਿਆ, ਉਹਦਾ ਰਾਈਟਰ ਕੌਣ ਹੈ, ਅਤੇ ਔਰ ਕਿੰਨੀ ਕੁ ਤਰੀਕ ਨੂੰ ਕਿਤਾਬ ਲੈ ਕੇ ਗਿਆ, ਬਕਾਇਦਾ ਇੱਥੇ ਉਹ ਆਪਣੇ ਹੱਥ ਨਾਲ ਲਿਖ ਕੇ ਜਾਂਦਾ ਹੈ। ਅਤੇ ਈਵਨ ਮਤਲਬ ਵੀ ਹੁਣ ਤੱਕ ਉਹੀ ਆਪਾਂ ਜਿਹੜੀ ਗੱਲ ਕਰ ਰਹੇ ਸੀ 278 ਹੋ ਗਈਆਂ, ਕਿ ਇਹ ਉਹਨਾਂ ਨੂੰ ਜਵਾਬ ਜਿਹੜੇ ਕਹਿੰਦੇ ਕਿਤਾਬਾਂ ਨਹੀਂ ਪੜ੍ਹਦੇ। ਅਤੇ 277 ਤੇ ਕਿਤਾਬ ਮਤਲਬ ਕਿ ਪਿੰਡ 'ਚ ਲਾਇਬ੍ਰੇਰੀ ਹੋ ਕੇ ਵੀ ਪਿੰਡ ਤੋਂ ਦੂਰ ਹੋ ਕੇ ਉੱਥੇ ਲੋਕ ਕਿਤਾਬਾਂ ਆਪ ਆ ਕੇ ਲੈ ਕੇ ਜਾਂਦੇ ਪਏ ਆ। ਅਤੇ ਇਹਦਾ ਮਤਲਬ ਪੰਜਾਬ 'ਚ ਕਿਤਾਬਾਂ ਪੜ੍ਹਦੇ ਆ ਸਾਰੀਆਂ ਉਹਨਾਂ ਨੇ ਹੱਥ ਨਾਲ ਐਂਟਰੀਆਂ ਪਾਈਆਂ ਪਈਆਂ ਵੀਰੇ ਆਪਣੇ। ਰਜਿਸਟਰ ਪ੍ਰੋਪਰ ਜੇ ਆਪਾਂ ਕਹੀਏ ਗਵਾਹੀ ਭਰ ਰਿਹਾ ਆ ਕਿ ਲੋਕ ਜਿਹੜੇ ਹੁਣ ਪਿੰਡਾਂ ਦੀ ਆਪਾਂ ਗੱਲ ਕਰੀਏ ਤਾਂ ਫੋਨਾਂ ਵਾਲੇ ਯੁੱਗ ਦੇ ਵਿੱਚ ਵੀ ਲੋਕ ਕਿਤਾਬਾਂ ਪੜ੍ਹਦੇ ਨੇ। ਔਰ ਜਿਹੜੀ ਤੁਸੀਂ ਆ ਸ਼ੁਰੂਆਤ ਕੀਤੀ ਹੈ ਇੱਕ, ਤਾਂ ਇਹਨੂੰ ਵੀ ਲੋਕ ਪਿਆਰ ਦੇ ਰਹੇ ਨੇ। ਇੱਕ ਇਹ ਰਜਿਸਟਰ ਹੈ ਜਿਹੜਾ ਉਹ ਗਵਾਹੀ ਭਰ ਰਿਹਾ ਉਸ ਮਾਮਲੇ। ਉਹੀ ਵੀਰੇ ਆ ਦਿਲ 5-10 ਪੇਜ ਭਰੇ ਪਏ ਆ ਕਿ ਸਾਰੀ ਐਂਟਰੀਆਂ ਪਈਆਂ ਇਹਨਾਂ ਦੇ, ਇਸੇ ਕਰਕੇ ਐਂਟਰੀਆਂ ਪਈਆਂ ਪਈਆਂ, ਲੋਕੀ ਕਿਤਾਬਾਂ ਪੜ੍ਹਦੇ ਆ। ਅਤੇ ਮਤਲਬ ਇਹ ਮਤਲਬ ਜਿਹਨੇ ਕਿਤਾਬ ਨਹੀਂ ਪੜ੍ਹਨੀ ਉਹੀ ਸਵਾਲ ਜ਼ਿਆਦਾ ਕਿਤਾਬਾਂ ਦੇ ਕਰੂਗਾ। ਅਤੇ ਮਤਲਬ ਜਿਹਨੇ ਕਿਤਾਬਾਂ ਨਹੀਂ ਪੜ੍ਹੀ ਜਾਂ ਕਿੰਨੇ ਪੜ੍ਹਨੀਆਂ ਨਹੀਂ, ਜਾਂ ਕਿਸੇ ਨੂੰ ਦੱਸਣਾ ਨਹੀਂ ਕਿ ਪੋਜ਼ਿਟਿਵਿਟੀ ਹੁੰਦੀ ਕਿਤਾਬਾਂ 'ਚ, ਉਹੀ ਸਵਾਲ ਕਰਦਾ ਕਿ ਕਿਤਾਬਾਂ ਨਹੀਂ ਕੋਈ ਪੜ੍ਹਦਾ। ਅਤੇ ਜਦੋਂ ਇਹ ਨਾ ਇੱਕ ਵਾਰੀ ਬਜ਼ੁਰਗ ਆਇਆ ਮੇਰੇ ਕੋਲ ਇੱਥੇ 2 ਮਹੀਨੇ ਦੀ ਪਹਿਲਾਂ ਗੱਲ ਆ, ਅਤੇ ਉਹਨੇ ਜਦੋਂ ਦੇਖੀ ਕਿਤਾਬਾਂ ਕਹਿੰਦਾ ਬਹੁਤ ਇੱਥੇ ਕਿਤਾਬਾਂ ਇੰਨੀਆਂ ਪਈਆਂ ਵਾ ਕਿ ਕੋਈ ਕਿਤਾਬਾਂ ਪੜ੍ਹਦਾ ਵੀ ਆ ਅਤੇ ਆਉਂਦਾ ਵੀ ਆ ਕੋਈ। ਮੈਂ ਕਿਹਾ ਬਾਪੂ ਯਾਰ ਕਿਤੇ ਰਜਿਸਟਰ ਗਵਾਹੀ ਭਰਦਾ। ਅਤੇ ਮੈਂ ਕਿਹਾ ਤੁਸੀਂ 1 ਘੰਟਾ ਕੁ ਬਹਿ ਕੇ ਦੇਖ ਲਓ, ਘੰਟੇ 'ਚ ਇੱਕ ਬੰਦਾ ਕਿਤਾਬ ਲੈ ਗਿਆ। ਅਤੇ ਉਹ ਵੀ ਬਾਪੂ ਚੁੱਪ ਜਿਹਾ ਕਰਕੇ ਚਲੇ ਗਿਆ। ਮੈਂ ਕਿਹਾ ਬਾਪੂ ਤੁਹਾਨੂੰ ਆਪਣੀ ਅੱਖੀਂ ਮਿਲ ਗਿਆ ਸਬੂਤ ਕਿ ਕਿਤਾਬਾਂ ਪੜ੍ਹਦੇ। ਉਹ ਵੀ ਫਿਰ ਜਾਣ ਕੇ ਕਹਿੰਦਾ ਨਹੀਂ ਬਹੁਤ ਵਧੀਆ ਕੰਮ ਕਰ ਰਹੇ ਆ ਕਿ ਲੋਕ ਸੱਚੀ ਕਿਤਾਬਾਂ ਪੜ੍ਹਦੇ ਆ।
ਤਾਂ ਪਿੱਛੇ ਇੱਕ ਅਬਦੁਲ ਕਲਾਮ ਜੀ ਦੀ ਜਿਹੜੀ ਤਸਵੀਰ ਲੱਗੀ ਹੋਈ ਹੈ, ਇਹਦੇ ਬਾਰੇ ਵੀ ਮੈਂ ਜ਼ਰੂਰ ਪੁੱਛੂੰਗਾ ਕਿ ਇਹਦਾ ਕੀ ਕਾਰਨ ਹੈ ਜਿਹੜਾ ਇੱਥੇ ਤੁਸੀਂ ਕਿਤਾਬ ਲਗਾਈ ਹੈ। ਇਹ ਵੀਰੇ ਮਾਫ ਕਰਨਾ, ਜਿਹੜੀ ਤਸਵੀਰ ਇੱਥੇ ਤੁਸੀਂ ਬਣਾਈ ਹੈ ਇਹਦਾ ਪੋਰਟਰੇ ਬਣਾਇਆ ਹੱਥ ਨਾਲ ਬਣਾਇਆ ਪਿਆ, ਇਹ ਮੇਰੇ ਬਣਾਇਆ ਪਿਆ ਖੁਦ ਦਾ। ਤੇ ਕਿਉਂਕਿ ਮੈਨੂੰ ਪੇਂਟਿੰਗ ਦਾ ਥੋੜਾ ਸ਼ੌਂਕ ਆ, ਮੈਂ ਉਹ ਕਲਰ ਵਗੈਰਾ ਵੀ ਥੱਲੇ ਰੱਖੇ ਪਏ ਤੇ ਪੰਗੇ ਲੈਂਦੇ ਰਹੀਦਾ ਕਿ ਪੇਂਟਿੰਗ ਖੁਦ ਕੀਤੀ ਹੈ ਤੁਸੀਂ ਇਹ ਵਾਲੀ? ਹਾਂ ਵੀਰੇ, ਅੱਧੀ ਤੋਂ ਜ਼ਿਆਦਾ ਇੱਥੇ ਅੱਧੀ ਕੋਈ ਮਤਲਬ ਜ਼ਿਆਦਾ ਹੀ ਲਾ ਲਓ ਪੇਂਟਿੰਗ, ਜਿੰਨੀ ਕ੍ਰੀਏਟੀਵਿਟੀ ਉਹ ਤਾਂ ਆਪਣੀ ਹੈ ਕਿ ਜੇ ਕਿਤੇ ਮਾੜੀ ਮੋਟੀ ਹੈਲਪ ਕਿਸੇ ਕੋਲ ਲਈ ਹੈ ਤੇ ਉਹ ਹੈ। ਈਵਨ ਨਹੀਂ ਤਾਂ ਮੈਂ ਸਾਰੀ ਪੇਂਟਿੰਗ ਜਿੰਨੀ ਵੀ ਹੈ ਇੱਥੇ ਆਪਣੀ ਖੁਦ ਹੀ ਕੀਤੀ ਪਈ ਆ। ਤੇ ਉਹ ਮਤਲਬ ਪੇਂਟ ਪੂੰਟ ਉਹ ਸਾਰੇ ਉੱਥੇ ਪਏ ਆ ਕਿ ਜਦੋਂ ਫ੍ਰੀ ਟਾਈਮ ਹੁੰਦਾ ਸੰਡੇ ਦਾ ਉਹ ਵੀ ਪੇਂਟ ਦੇ ਦਿਵਾਲੇ ਕਰ ਦਈਦਾ ਕਹੀਂ। ਤੇ ਮਤਲਬ ਇਵੇਂ ਹੈ ਕਿ ਡਾਕਟਰ APJ ਅਬਦੁਲ ਕਲਾਮ ਦਾ ਆਪਾਂ ਜੀਵਨੀ ਦੇਖਣੀ ਹੈ। ਤੇ ਉਹਨਾਂ ਨੇ ਲਾਸਟ ਟਾਈਮ ਜਦੋਂ ਉਹਨਾਂ ਦੀ ਡੈਥ ਹੋਈ ਹੈ ਕਿ ਉਹਨਾਂ ਕੋਲ ਕੀ ਸੀ, 2500 ਕਿਤਾਬ ਸੀ, ਇੱਕ ਪੇਅਰ ਬੂਟ ਸੀ, ਇੱਕ ਮਤਲਬ ਇੱਕ ਸ਼ਰਟ ਤੇ ਇੱਕ ਕੋਟ ਸੀ, ਕੋਈ ਗੱਡੀ ਨਹੀਂ, ਕੋਈ ਘਰ ਨਹੀਂ, ਕੋਈ ਕੁਛ ਵੀ ਨਹੀਂ। ਈਵਨ ਤੁਸੀਂ ਗੂਗਲ 'ਤੇ ਸਰਚ ਮਾਰਿਓ ਤੇ ਗੂਗਲ 'ਤੇ ਤੁਹਾਨੂੰ APJ ਅਬਦੁਲ ਕਲਾਮ 'ਚੋਂ ਕੀ ਨਿਕਲੂਗਾ, 2500 ਕਿਤਾਬ ਜਿਹੜੀ ਉਹਨਾਂ ਦੀ ਆਪਣੀ ਖਰੀਦੀ ਪਈ ਸੀ ਘਰ ਦੇ, ਜਿਹੜੀ ਉਹਨਾਂ ਨੇ ਲਾਸਟ 'ਤੇ ਜਦੋਂ ਮਤਲਬ ਪ੍ਰਾਈਮ ਮਿਨਿਸਟਰ ਹੋ ਕੇ, ਕਿੰਨਾ ਵੱਡਾ ਲੈਵਲ ਆ ਬਈ। ਆਪਣੇ ਤਾਂ ਕੀ ਕਰਦੇ ਲੀਡਰ ਲੋਕ, ਕੀ ਆਪਾਂ ਪੋਲੀਟਿਕਸ ਦੇਖਿਆ ਹੀ ਵੋਟਾਂ 'ਚ ਕੀ ਕਰ ਰਹੇ ਸੀ। ਤੇ ਮਤਲਬ ਉਹ ਜਿਹੜੇ ਸੀ ਉਹਨਾਂ ਕੋਲ ਇਕੱਲੀ ਕਿਤਾਬਾਂ ਹੀ ਸੀ ਕਿ ਮਤਲਬ ਉਹ ਐਡਾ ਵੱਡਾ ਬੰਦਾ ਹੋ ਕੇ ਇਕੱਲੀਆਂ ਕਿਤਾਬਾਂ ਨਿਕਲੀਆਂ ਬਹੁਤ ਡਿਮਾਂਡਾਂ ਰਖਾਉਂਦੀਆਂ ਕਿ ਇਟ ਮੀਨਸ ਕਿ ਕਿਤਾਬਾਂ ਦੀ ਵੈਲਿਊ ਉਹਨਾਂ ਨੂੰ ਪਤਾ ਸੀ ਕਿ ਐਡੇ ਵੱਡੇ ਸਾਇੰਟਿਸਟ ਹੋਣਾ, ਫਿਰ ਉਹਨਾਂ ਤੋਂ ਮਤਲਬ ਕਿ ਮਿਜ਼ਾਈਲ ਤਿਆਰ ਕਰਨੀ ਉਹ ਵੀ ਇੰਡੀਆ 'ਚ, ਤੇ ਮਤਲਬ ਨਾਸਾ ਤੱਕ ਦੀ ਉਹਨਾਂ ਦੀ ਗੱਲਬਾਤ। ਮਤਲਬ ਉਹ ਬੰਦੇ ਕੋਲ ਕਿਤਾਬਾਂ ਸੀ ਤੇ ਆਪਾਂ ਉਹਨਾਂ ਦੇ ਸਾਹਮਣੇ ਤੇ ਕੱਖ ਵੀ ਨਹੀਂ ਹੈ। ਤੇ ਆਪਾਂ ਵੀ ਕਿਤਾਬਾਂ ਨਾਲ ਜੁੜਾਂਗੇ ਫਿਰ ਸ਼ਾਇਦ ਆਪਣਾ ਵੀ ਵਧੀਆ ਨਾਮ ਹੋ ਜਾਏਗਾ। ਇਹੀ ਕਾਰਨ ਹੈ ਕਿ ਸ਼ਾਇਦ ਅਖੀਰ ਤੱਕ ਜਿਹੜਾ ਇੱਕ ਆਪਾਂ ਗੱਲ ਕਰੀਏ ਤਾਂ ਬਾਕੀ ਲੀਡਰਾਂ ਨਾਲ ਜਿਹੜੇ ਉਹਨਾਂ ਨੂੰ ਵੱਖਰੀ ਚੀਜ਼ ਵੱਖਰਾ ਬਣਾਉਂਦੀ ਹੈ ਤਾਂ ਉਹ ਇਹੀ ਗੱਲ ਹੈ ਕਿ ਇੱਕ ਜ਼ਮੀਨ ਦੇ ਨਾਲ ਜੁੜੇ ਹੋਏ ਇਨਸਾਨ ਆਪਾਂ ਜੇਕਰ ਕਹੀਏ ਤਾਂ ਉਹ ਪ੍ਰੋਪਰ ਰਹੇ ਨੇ, ਕਿਉਂਕਿ ਉਹਨਾਂ ਨੇ ਜੋ ਚੀਜ਼ ਪੜ੍ਹੀ ਹੈ ਜਾਂ ਜੋ ਬੋਲੀ ਹੈ ਉਹਦੇ 'ਤੇ ਖੁਦ ਅਮਲ ਕੀਤਾ ਹੈ। ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਅਮਲ ਕਰਨਾ ਜ਼ਰੂਰੀ ਹੈ, ਤਾਂ ਇਹਨਾਂ ਨੇ ਅਮਲ ਕੀਤਾ ਹੈ ਔਰ ਦੱਸਿਆ ਹੈ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਬਦਲੋਗੇ ਤਾਂ ਜਿਹੜੇ ਤੁਹਾਨੂੰ ਦੇਖ ਕੇ 10 ਜਾਣੇ ਹੋਰ ਵੀ ਬਦਲਣਗੇ ਜ਼ਰੂਰ। ਬਿਲਕੁਲ ਬਿਲਕੁਲ ਵੀਰੇ, ਜਿੱਦਾਂ ਉਹ ਮਤਲਬ ਕਿ ਕਿਤਾਬਾਂ ਇੱਕ ਬੰਦੇ 'ਚ ਨਾ ਸ਼ਾਂਤੀ ਜਿਹੀ ਪੈਦਾ ਕਰ ਦਿੰਦੀਆਂ ਕਿ ਮਤਲਬ ਤੁਹਾਨੂੰ ਕੋਈ ਮਤਲਬ ਆਪਾਂ ਜਿਹੜੇ ਬਾਹਰ ਤਖਤੀਆਂ ਲਾਈਆਂ ਪਈਆਂ ਸ਼ਾਇਦ ਤੁਸੀਂ ਦੇਖੀਆਂ ਵੀ ਹੋਣਗੀਆਂ, ਉਹ 5-6 ਤਖਤੀਆਂ ਇਸੇ ਲਈ ਆ ਕਿ ਆਪਣਾ ਮਤਲਬ ਕੀ ਹੈ ਨਾ ਕਿ ਕਿਤਾਬਾਂ ਨਾਲ ਕਿਉਂ ਜੁੜਿਆ ਜਾਵੇ। ਮਤਲਬ ਕਿ ਕਿਤਾਬਾਂ ਆਪਾਂ ਨੂੰ ਕੀ ਸਿਖਾ ਦਿੰਦੀਆਂ, ਕਿੰਨੀ ਕਿ ਨਰਮਾਈ ਆਪਣੇ 'ਚ ਲਿਆਉਂਦੀਆਂ ਕਿ ਮਤਲਬ ਆਪਣੇ ਜਿਹੜੇ ਮਨ ਦੇ ਡਰੀਮ ਆ ਉਹ ਵੀ ਪੂਰੇ ਕਰਦੀਆਂ ਕਿ ਮਤਲਬ ਕੁਛ ਵੀ ਕਰਨਾ ਉਹ ਤੁਹਾਨੂੰ ਕਿਤਾਬਾਂ ਤੋਂ ਥਰੂ ਕਰਨਾ। ਮਤਲਬ ਈਵਨ ਹੁਣ ਕਿ ਆਪਾਂ ਦੇਖੀਏ ਕਿ ਗੂਗਲ 'ਤੇ ਸਰਚ ਕਰਾਂਗੇ ਕਿ ਵਾਟ ਇਜ਼ ਦੀ ਬੁੱਕਸ, ਉਹ ਲਿਖੋ ਗੂਗਲ ਸਰਚ ਆਉਂਦਾ ਕਿ ਬੁੱਕਸ ਇਜ਼ ਵਨ ਆਫ ਦੀ ਬੈਸਟ ਵੈਪਨ, ਕਿ ਮਤਲਬ ਸਭ ਤੋਂ ਵਧੀਆ ਹਥਿਆਰ ਆ ਕਿ ਜੇ ਇਹਨੂੰ ਵਰਤਿਆ ਜਾਵੇ ਤਾਂ। ਤੇ ਮਤਲਬ ਜੇ ਆਪਾਂ ਵਰਤਣਾ ਚਾਹੀਏ ਜਿੱਦਾਂ ਦਾ ਵਰਤਣਾ ਚਾਹਾਂਗੇ ਉੱਦਾਂ ਦਾ ਹਥਿਆਰ ਇਹ ਮਤਲਬ ਕਿ ਉੱਦਾਂ ਦੇ ਆਪਾਂ ਨੂੰ ਉੱਦਾਂ ਚੀਜ਼ ਦੇ ਦੇਣਗੇ। ਤਾਂ ਇੱਕ ਇੱਥੇ ਪਿੱਛੇ ਤੁਹਾਨੂੰ ਹੋਰ ਚੀਜ਼ ਜਿਹੜੀ ਦੇਖ ਕੇ ਮੈਨੂੰ ਹੈਰਾਨੀ ਵੀ ਹੋਈ ਆ, ਤੁਹਾਨੂੰ ਵੀ ਹੋਏਗੀ, ਤਾਂ ਇੱਕ ਡੋਲੀ, ਜੇਕਰ ਸ਼ਬਦ ਇਹਨੂੰ ਕਿਹਾ ਡੋਲੀ ਕਿਹਾ ਜਾਂਦਾ ਔਰ ਆਪਾਂ ਅਗਰ ਗੱਲ ਕਰੀਏ ਹਰੇਕ ਭਾਸ਼ਾ ਵਿੱਚ ਕੁਝ ਅਲੱਗ ਨਾਮ ਵੀ ਨੇ ਇਹਨਾਂ ਦੇ। ਸਾਡੇ ਅਗਰ ਏਰੀਆ ਦੀ ਮੈਂ ਗੱਲ ਕਰ ਰਿਹਾ ਤਾਂ ਉੱਥੇ ਡੋਲੀ ਸ਼ਬਦ ਵੀ ਇਹਨੂੰ ਵਰਤਿਆ ਜਾਂਦਾ। ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਡੇ ਏਰੀਏ 'ਚ ਕੀ ਕਹਿਣਾ। ਤਾਂ ਇਹਦਾ ਆਈਡੀਆ ਕਿੱਦਾਂ ਹੈ ਕਿ ਮੋਟਰ ਦੇ ਉੱਤੇ ਡੋਲੀ ਲਿਆ ਕੇ ਉਹਦੇ 'ਚ ਕਿਤਾਬਾਂ ਰੱਖੀਆਂ, ਇਹ ਘਰਾਂ ਦੇ ਰਸੋਈ ਦੇ ਵਿੱਚ ਵਰਤੀ ਜਾਣ ਵਾਲੀ ਚੀਜ਼ ਹੈ। ਹਾਲਾਂਕਿ ਅੱਜ ਦੇ ਸਮੇਂ 'ਚ ਘੱਟ ਹੈ ਕਿਉਂਕਿ ਆਪਾਂ ਨੋਰਮਲ ਗੱਲ ਕਰੀਏ ਤਾਂ ਹੁਣ ਜਿਹੜਾ ਅਲਮਾਰੀਆਂ ਬਣਾਈਆਂ ਜੀ ਮਾਡਰਨ ਹਾਂ। ਤਾਂ ਇਹ ਆਈਡੀਆ ਕਿੱਦਾਂ ਆਇਆ? ਇਹ ਵੀਰੇ ਘਰੇ ਪਈ ਸੀ, ਫ੍ਰੀ ਪਈ ਸੀ ਤੇ ਮੈਨੂੰ ਲੱਗਾ ਕਿ ਇਹ ਨਾ ਇਹਨੂੰ ਸਾਡੇ ਜਿੱਦਾਂ ਮਤਲਬ ਦੁਆਬੇ 'ਚ ਇਹਨੂੰ ਬਾਰੀ ਕਹਿੰਦੇ, ਇਹ ਪੰਜਾਬੀ ਦਾ ਵੱਡਾ ਮਤਲਬ ਇਹ ਕਿ ਜਿੱਦਾਂ ਦੇ ਆਪਾਂ ਏਰੀਆ ਜਾਵਾਂਗੇ ਉੱਦਾਂ ਦਾ ਉਹਦਾ ਸ਼ਬਦ ਵਾ, ਇਹ ਬਾਰੀ ਕਹਿ ਜਾਂਦਾ। ਤੇ ਬਾਰੀ 'ਚ ਨਾ ਮਤਲਬ ਕਿਤਾਬਾਂ ਮੈਨੂੰ ਨਹੀਂ ਕਿ ਜਿੱਦਾਂ ਹੁਣ ਜ਼ਿਆਦੀਆਂ ਕਿਤਾਬਾਂ ਹੋਈ ਜਾ ਰਹੀਆਂ ਸੀ, ਉਹ ਮਤਲਬ ਛੋਟੀ ਜਿਹੀ ਅਲਮਾਰੀ ਮਤਲਬ ਅਲਮਾਰੀ ਲਈ ਸੀ, ਉਹ 'ਚ ਪੂਰੀਆਂ ਨਹੀਂ ਆ ਰਹੀਆਂ ਸੀ। ਫਿਰ ਮੈਂ ਘਰੇ ਪਈ, ਮੈਂ ਕਿ ਵਾਧੂ ਅੱਜ ਕਹਿ ਲਿਆ ਕਿ ਛੱਡੀ ਹੁੰਦੀ, ਤੇ ਮੈਂ ਚੱਕ ਕੇ ਇੱਥੇ ਲਿਆ। ਮੈਂ ਕਿ ਇੱਥੇ ਇਹਨੂੰ ਵਰਤੇ ਜਾਵੇ, ਇੱਕ ਤਾਂ ਕਲਚਰ ਨਾਲ ਦਿੰਦੀ ਆਪਾਂ ਨੂੰ, ਪਲੱਸ ਨਾਲ ਇਹ ਹੈ ਕਿ ਆਪਣੀ 'ਚ ਕਿਤਾਬਾਂ ਵਧੀਆ ਟਿਕ ਜਾਂਦੀਆਂ ਤੇ ਦੁਨੀਆ ਤਰ੍ਹਾਂ ਦਾ ਮਤਲਬ ਕਿ ਆਪਾਂ ਕਲਚਰ ਵੀ ਦਿਖਾ ਸਕਦੇ ਤੇ ਕਿਤਾਬਾਂ ਨਾਲ ਵੀ ਜੋੜੇ ਸਕਦੇ। ਬਿਲਕੁਲ, ਮੈਨੂੰ ਲੱਗਦਾ ਕਿ ਕਿਤਾਬਾਂ ਦੇ ਨਾਲ ਨਾਲ ਤੁਸੀਂ ਜਿਹੜੀ ਸਿੱਖਿਆ ਵੀ ਦੇ ਰਹੇ ਹੋ ਤਾਂ ਇੱਕ ਬਹੁਤ ਹੀ ਮਿਸਾਲ ਜੋ ਕੰਮ ਹੈ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇੱਦਾਂ ਦੀ ਜਿਹੜੀ ਮਿਸਾਲ ਆ ਉਹ ਕਿਤੇ ਵੀ ਦੇਖਣ ਨੂੰ ਆਪਾਂ ਨੂੰ ਮਿਲੇਗੀ। ਕਿਤਾਬਾਂ ਵੀ ਨੇ, ਮਾਹੌਲ ਵੀ ਹੈ ਔਰ ਕੁਦਰਤ ਦੇ ਨਾਲ ਜੋੜ ਕੇ ਜਿਹੜਾ ਇੱਕ ਕਿਤਾਬਾਂ ਪੜ੍ਹਨ ਦਾ ਇੱਕ ਨਜ਼ਾਰਾ ਹੈ ਉਹ ਵੱਖਰਾ ਹੀ ਹੈ। ਕੁਦਰਤ ਨਾਲ ਜੁੜ ਕੇ ਇੱਕ ਵਧੀਆ ਸ਼ਾਂਤਮਈ ਮਾਹੌਲ ਦੇ ਵਿੱਚ ਜਿਹੜਾ ਕਿਤਾਬਾਂ ਪੜ੍ਹਨ ਦਾ ਇੱਕ, ਜੇਕਰ ਆਪਾਂ ਗੱਲ ਕਰੀਏ ਕਿ ਸਿੱਖਣ ਦੇ ਲਈ ਜਿਹੜੀ ਚੀਜ਼ ਇੱਥੋਂ ਮਿਲ ਰਹੀ ਹੈ ਤਾਂ ਉਹ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਲਾਇਬ੍ਰੇਰੀ 'ਚੋਂ ਮਿਲੇਗੀ। ਤਾਂ ਪੰਜਾਬ ਦੀ ਨਹੀਂ ਦੁਨੀਆ ਦੀ ਜੇਕਰ ਆਪਾਂ ਕਹੀਏ ਤਾਂ ਨੰਬਰ 1 ਲਾਇਬ੍ਰੇਰੀ ਮੈਨੂੰ ਇਹ ਲੱਗੀ ਹੈ। ਤੁਹਾਡੇ ਵਿਚਾਰ ਕੀ ਨੇ ਤਾਂ ਤੁਸੀਂ ਵੀ ਸਾਨੂੰ ਉਹ ਜ਼ਰੂਰ ਸਾਂਝੇ ਕਰਨਾ। ਤੁਹਾਨੂੰ ਇਹ ਲਾਇਬ੍ਰੇਰੀ ਕਿਵੇਂ ਦੀ ਲੱਗੀ ਹੈ? ਬਾਈ ਮਨਦੀਪ ਦੀ ਜਿਹੜੀ ਪਹਿਲ ਹੈ ਤਾਂ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤਾਂ ਲੱਗਦਾ ਹੈ ਕਿ ਇਹਨਾਂ ਬਾਈ ਮਨਦੀਪ ਦੇ ਜਿਹੜੇ ਇੱਕ ਉਹਨਾਂ ਦੀ ਜਿਹੜੀ ਪਹਿਲ ਕਦਮੀ ਹੈ, ਇਹਨਾਂ ਨੂੰ ਦੇਖ ਕੇ ਲੱਗਦਾ ਕਿ ਇਹਨਾਂ ਦੇ ਵਿਚਾਰਾਂ ਨੂੰ ਦੇਖ ਕੇ
ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਇਸ ਪਾਸੇ ਵੱਲ ਨੂੰ ਜੁੜ ਵੀ ਰਹੇ ਨੇ, ਔਰ ਆਪਾਂ ਬਾਈ ਤੋਂ ਪੁੱਛਾਂਗੇ ਵੀ ਕਿ ਕੀ ਇਹਨਾਂ ਦੀ ਜਿਹੜੀ ਲਾਇਬ੍ਰੇਰੀ ਤੋਂ ਬਾਅਦ, ਜਦੋਂ ਇਹਨਾਂ ਨੇ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਹੈ, ਉਸ ਤੋਂ ਬਾਅਦ ਕੋਈ ਇਹਨਾਂ ਦੇ ਨਾਲ ਅਜਿਹਾ ਨੌਜਵਾਨ ਜੁੜਿਆ ਹੈ ਕਿ ਜਿਹਨੇ ਆਪਣੇ ਖੁਦ ਦੇ ਉੱਤੇ ਬਦਲਾਅ ਕੀਤਾ ਹੋਏ, ਕਿ ਹਾਂ ਉਹਨੇ ਵੀ ਮੋਟਰ ਦੇ ਉੱਤੇ ਅਜਿਹੀ ਲਾਇਬ੍ਰੇਰੀ ਸ਼ੁਰੂ ਕੀਤੀ ਹੋਵੇ, ਜਾਂ ਘਰ ਦੇ ਵਿੱਚ ਜਾਂ ਕਿਸੇ ਵੀ ਪਿੰਡ ਦੇ ਵਿੱਚ ਸ਼ੁਰੂਆਤ ਕੀਤੀ ਹੋਵੇ, ਤਾਂ ਉਹ ਵੀ ਜ਼ਰੂਰ ਆਪਾਂ ਜਾਣਨਾ ਚਾਹਾਂਗੇ ਕਿ ਕੋਈ ਅਜਿਹਾ ਨੌਜਵਾਨ ਹੈ ਤਾਂ ਤੁਹਾਡੀ ਸ਼ੁਰੂਆਤ ਤੋਂ ਬਾਅਦ ਇਸ ਪਾਸੇ ਨੂੰ ਤੁਰਿਆ ਹੋਵੇ। ਬਿਲਕੁਲ ਵੀਰੇ, ਇਹ ਇੱਕ ਨਾ 20 ਦਾ ਇਲਾਕਾ ਲਾਇਬ੍ਰੇਰੀ ਹੈ, ਨਰੈਣਾ ਪਿੰਡ ਆ, ਮਤਲਬ ਆਪਣੇ ਨਵੇਂ ਸ਼ਹਿਰ ਦੇ ਲੱਗੇ ਪੈਂਦਾ। ਉਹ ਮੁੰਡੇ ਦੇ ਲਾਇਬ੍ਰੇਰੀ ਖੁੱਲ੍ਹਤੀ, ਉਹਨੂੰ ਮੈਂ ਵੀ ਮਤਲਬ ਕਿਤਾਬਾਂ ਕਿੰਨੀ ਸਪੋਰਟ ਦਿੱਤੀ। ਪਲੱਸ ਇੱਕ ਕੱਲ੍ਹ ਮੁੰਡਾ ਬਠਿੰਡੇ ਤੋਂ ਆਇਆ ਸੀ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜਿਹਨੇ ਬਠਿੰਡੇ ਬਣਾਈ ਪਈ ਹੈ, ਉਹ 200-300 ਕਿਤਾਬ। ਈਵਨ ਹੁਣ ਅਸੀਂ ਇਹ ਕਹਿੰਦੇ ਕਿ ਜੇ ਕਿਸੇ ਨੇ ਆਪਣੇ ਪਿੰਡ 'ਚ ਈਵਨ ਆਪਣੇ ਘਰ 'ਚ ਹੀ ਲਾਇਬ੍ਰੇਰੀ ਸਟਾਰਟ ਕਰਨੀ ਹੋਵੇ ਤੇ ਉਹ ਸਾਡੇ ਕੋਲ ਫ੍ਰੀ ਆਫ ਕਾਸਟ ਕਿਤਾਬਾਂ ਲੈ ਕੇ ਜਾ ਸਕਦਾ। 200-300 ਕਿਤਾਬ ਜਿੰਨੀ ਅਸੀਂ ਹੋਊਗੀ ਉਹਨੂੰ ਬੇਲੀਬਲ ਫ੍ਰੀ ਆਫ ਕਾਸਟ ਕਿਤਾਬ ਬੇਲੀਬਲ ਕਰਕੇ ਦੇਵਾਂਗੇ। ਅਤੇ ਈਵਨ ਮਤਲਬ ਮੈਂ ਆਪਣਾ ਨੰਬਰ ਵੀ ਤੁਹਾਨੂੰ ਦੱਸ ਦਿੰਦਾ, 8283870384 8283870384। ਮਤਲਬ ਉਹ ਸਾਡੇ ਨਾਲ ਕੰਟੈਕਟ ਕਰਕੇ ਤੇ ਅਸੀਂ ਮਤਲਬ ਲਾਗੇ ਜਾਂ ਤਾਂ ਉਹਦੇ ਤੱਕ ਪਹੁੰਚਦੀ ਕਰਾਂਗੇ, ਜਾਂ ਉਹ ਆ ਕੇ ਆਪ ਕਿ ਸਾਡੇ ਕੋਲ ਆ ਕੇ ਕਿਤਾਬਾਂ ਫ੍ਰੀ ਆਫ ਕਾਸਟ ਕਿਤਾਬਾਂ ਲੈ ਕੇ ਜਾ ਸਕਦਾ। ਈਵਨ ਮਤਲਬ ਕੋਈ ਵੀ ਪੈਸਾ ਨਹੀਂ ਹੋਏਗਾ ਕਿਤਾਬਾਂ ਦਾ। ਕਿ ਇਹਦਾ ਕੀ ਰਾਜ ਹੈ ਬਾਈ ਨੇ ਇੱਥੇ ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ? ਵੀਰੇ ਮਤਲਬ ਕਿ ਆਪਾਂ ਹਰੇਕ ਪਾਸਿਓਂ ਮਤਲਬ ਬਣਾ ਰਹੇ ਸੀ ਲਾਇਬ੍ਰੇਰੀ ਕਲਚਰ ਨਾਲ ਜੋੜਨ ਲਈ, ਜਿਵੇਂ ਆਪਾਂ ਗੱਲ ਵੀ ਕਰ ਰਹੇ ਹਾਂ ਕਲਚਰ ਨਾਲ ਜੋੜਨ ਲਈ। ਫਿਰ ਮਤਲਬ ਪੰਜਾਬੀ ਇੰਸਟਰੂਮੈਂਟ ਤੇ ਕਿੱਦਾਂ ਦੀ ਹਥਿਆਰ ਕਹਿ ਲਓ ਜਾਂ ਕੁਝ ਵੀ ਕਹਿ ਲਓ ਕਿ ਜਿਹੜਾ ਮਨ ਨੂੰ ਸਕੂਨ ਦਿੰਦੇ ਆ, ਕਿ ਜੇ ਮਨ ਨੂੰ ਸ਼ਾਂਤ ਕਰਨਾ, ਆਪਣਾ ਪੰਜਾਬੀ ਮਤਲਬ ਸੌਂਗ ਕਹਿ ਲਓ ਉਹ ਬਾਲੀਵੁੱਡ 'ਚ ਵੀ ਵੱਜਦੇ, ਅਤੇ ਮਤਲਬ ਉਹ ਵੀ ਸਾਨੂੰ ਕਿ ਜਿਹੜੇ ਪੰਜਾਬੀ ਮਤਲਬ ਸੰਗੀਤ ਦੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਵੀ ਇੱਥੇ ਦਰਸਾਇਆ ਜਾਵੇ। ਅਤੇ ਹੁਣ ਫਿਰ ਆਪਾਂ ਉਹ ਮਤਲਬ ਹੌਲੀ ਹੌਲੀ ਥੋੜ੍ਹੀਆਂ ਵਧਾ ਰਹੇ ਹਾਂ, ਜਿੰਨੀ ਕਿ ਸਪੇਸ ਮਿਲ ਰਹੀ ਆ ਉਨੀ ਚੀਜ਼ਾਂ ਉਹ ਰੱਖੀ ਜਾ ਰਹੇ ਹਾਂ ਕਿ ਉਹਨਾਂ ਨੂੰ ਦਿਖਾਈਆਂ ਜਾਣ ਕਿ ਆਉਣ ਵਾਲੀ ਪੀੜ੍ਹੀ ਨੂੰ ਕਿ ਆਪਣੇ ਜਿਹੜੇ ਪੰਜਾਬੀ ਰਵਾਇਤੀ ਸਾਜ਼ ਆ ਉਹ ਆਹ ਵਾਲੇ ਆ। ਬਿਲਕੁਲ, ਕਿਤਾਬਾਂ ਦੇ ਨਾਲ ਨਾਲ ਵਿਚਾਰਾਂ ਦੇ ਨਾਲ ਨਾਲ ਉਹਨਾਂ ਨੂੰ ਇੱਕ ਵਿਰਸੇ ਨਾਲ ਜੋੜਨ ਦਾ ਜਿਹੜਾ ਤੁਹਾਡਾ ਉਪਰਾਲਾ ਹੈ ਬਹੁਤ ਚੰਗਾ ਹੈ। ਤੂੰਬੀ ਦੀ ਜੇਕਰ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ ਹੁਣ ਤਾਂ ਤੂੰਬੀ ਦੀ ਜਿਹੜੀ ਚੜ੍ਹਾਈ ਹੈ ਆਪਾਂ ਗੱਲ ਕਰਦੇ ਹਾਂ, ਤਾਂ ਇਹ ਵੀ ਇੱਕ ਵਧੀਆ ਤੁਹਾਡਾ ਜਿਹੜਾ ਮੈਸੇਜ ਹੈ, ਔਰ ਮਾਹੌਲ ਵੀ ਪੂਰਾ ਵਧੀਆ ਹੈ। ਤਾਂ ਇੱਥੇ ਤੁਹਾਨੂੰ ਕੁਝ ਕੁ ਚੀਜ਼ਾਂ ਅਸੀਂ ਹੋਰ ਵੀ ਦਿਖਾਵਾਂਗੇ ਜ਼ਰੂਰ ਨਾਲ ਕਿਤਾਬਾਂ ਤੋਂ ਇਲਾਵਾ ਬਾਈ ਨੇ ਬਾਹਰ ਵੀ ਬਹੁਤ ਸੋਹਣਾ ਜਿਹੜਾ ਮਾਹੌਲ ਉਹ ਬਣਾਇਆ ਹੋਇਆ ਹੈ ਮੋਟਰ ਦੇ ਬਾਹਰ ਦਾ, ਤੁਹਾਨੂੰ ਅਸੀਂ ਦਿਖਾਵਾਂਗੇ ਇਸ ਸਮੇਂ। ਇੱਥੇ ਸ਼ਿਵ ਕੁਮਾਰ ਬਟਾਲਵੀ ਦੀਆਂ ਜਿਹੜੀਆਂ ਸਤਰਾਂ ਨੇ ਇੱਥੇ ਉਹ ਵੀ ਲਿਖੀਆਂ ਹੋਈਆਂ ਨੇ, ਤੁਹਾਨੂੰ ਅਸੀਂ ਜ਼ਰੂਰ ਪੜ੍ਹ ਕੇ ਸੁਣਾਵਾਂਗੇ ਔਰ ਬਾਈ ਤੋਂ ਪੁੱਛਾਂਗੇ ਵੀ ਕਿ ਇਹਨਾਂ ਦਾ ਕੀ ਮਕਸਦ ਹੈ ਲਿਖਣ ਨੂੰ ਇੱਥੇ, ਤਾਂ ਉਹ ਵੀ ਜ਼ਰੂਰ ਆਪਾਂ ਸਾਂਝੀ ਕਰਾਂਗੇ ਗੱਲ। ਵੀਰੇ ਸ਼ਿਵ ਕੁਮਾਰ ਬਟਾਲਵੀ ਦੀਆਂ ਕੁਝ ਸਤਰਾਂ, ਕੁਝ ਰੁੱਖ ਮੈਨੂੰ ਲੱਗਦੇ ਪੁੱਤ ਲੱਗਦੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ। ਮਤਲਬ ਜਿਹੜੇ ਰੁੱਖ ਵਾ ਉਹ ਆਪਣੀ ਮਤਲਬ ਕਿ ਮਾਂ ਪਿਓ ਦੇ ਮਤਲਬ ਰਿਸ਼ਤੇਦਾਰ ਲੱਗਦੇ ਪਏ ਉਹਨੂੰ। ਅਤੇ ਮਤਲਬ ਉਹ ਸ਼ਿਵ ਕੁਮਾਰ ਬਟਾਲਵੀ ਦਾ ਬਹੁਤ ਵੱਡਾ ਪੰਜਾਬੀ 'ਚ ਨਾਮ, ਮਤਲਬ ਕਿ ਸ਼ਹਿਰ ਦਾ ਨਾਮ ਆ। ਅਤੇ ਉਹ ਸੀ ਸਾਨੂੰ ਕਿ ਮਤਲਬ ਰੁੱਖਾਂ ਦੇ ਨਾਲ ਮਤਲਬ ਕਿ ਜੇ ਆਪਾਂ ਕੁਦਰਤ ਦੀ ਗੱਲ ਕਰਦੇ ਹਾਂ, ਕਿਤਾਬਾਂ 'ਚ ਮਤਲਬ ਕਿ ਗੱਲ ਕਰਦੇ ਹਾਂ, ਕਿਤਾਬਾਂ 'ਚ ਕੁਦਰਤ ਦੇ ਨਾਲ ਮਤਲਬ ਜਿਹੜੇ ਰੁੱਖ ਮਾਂ ਪਿਓ ਆ ਆਪਣੀ ਇੱਥੇ ਕੁਦਰਤ ਕਿਤਾਬ, ਅਤੇ ਉਹੀ ਚੀਜ਼ ਮਤਲਬ ਕਿ ਕੁਦਰਤ ਦੇ ਕਿਤਾਬ ਦੇ ਮਤਲਬ ਕਿ ਉਹੀ ਸਤਰਾਂ ਲਿਖੀਆਂ ਪਈਆਂ ਕਿਤਾਬ ਦੇ ਵਿੱਚ ਆ ਲਿਖਿਆ, ਅਤੇ ਉਹੀ ਚੀਜ਼ ਇੱਥੇ ਦਿਖਾ ਰਹੇ ਆ। ਬਿਲਕੁਲ, ਤਾਂ ਪਿੱਛੇ ਵੀ ਇੱਕ ਬੜਾ ਵਧੀਆ ਜਿਹੜਾ ਸੀਨ ਤੁਹਾਨੂੰ ਦੇਖਣ ਨੂੰ ਨਜ਼ਰ ਆ ਰਿਹਾ ਹੋਏਗਾ, ਇਸ ਸਮੇਂ ਕੈਮਰੇ ਦੇ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ, ਤੁਹਾਨੂੰ ਲਿਖਿਆ ਹੋਇਆ ਨਜ਼ਰ ਆ ਰਿਹਾ ਹੋਏਗਾ ਸੋਚਣ ਸਿੱਖਣ ਲਿਖਣ ਬੋਲਣ ਲਈ। ਤਾਂ ਇਹ ਵੀ ਇੱਕ ਬੜਾ ਵਧੀਆ ਇਹਨਾਂ ਨੇ ਜਿਹੜਾ ਇੱਥੇ ਮਾਹੌਲ ਬਣਾਇਆ ਹੋਇਆ ਹੈ, ਔਰ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਹਰਿਆਲੀ ਹੈ, ਕਣਕਾਂ ਨਿਸਰੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਸਰੋਂ ਨਜ਼ਰ ਆ ਰਹੀ ਹੈ, ਆਲੇ ਦੁਆਲੇ ਜਿਹੜਾ ਏਰੀਆ ਉਹ ਕਣਕ ਬੀਜੀ ਹੋਈ ਹੈ ਇੱਥੇ, ਔਰ ਬਹੁਤ ਵਧੀਆ ਮਾਹੌਲ ਹੈ। ਤਾਂ ਜਾਂਦੇ ਜਾਂਦੇ ਆਪਾਂ ਬਾਈ ਤੋਂ ਇੱਕ ਆਖਰੀ ਸੰਦੇਸ਼ ਵੀ ਜਾਣਨਾ ਚਾਹਾਂਗੇ ਕਿ ਉਹ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ, ਜਾਂ ਉਹਨਾਂ ਦੇ ਕੀ ਵਿਚਾਰ ਨੇ ਜਿਹੜੇ ਉਹ ਲੋਕਾਂ ਦੇ ਨਾਲ ਸਾਂਝੇ ਕਰਨੇ ਚਾਹੁੰਦੇ ਨੇ ਇਸ ਆਪਣੀ ਲਾਇਬ੍ਰੇਰੀ ਨੂੰ ਲੈ ਕੇ। ਵੀਰੇ ਉਹੀ ਜਿੱਦਾਂ ਕਹਿੰਦੇ ਹੁੰਦੇ ਸਿਆਣੇ ਕਿ ਹੱਸਦੇ ਰਹੋ ਵਸਦੇ ਰਹੋ ਜ਼ਿੰਦਗੀ ਨੂੰ ਮਾਣਦੇ ਰਹੋ, ਜ਼ਿੰਦਗੀ ਜਿੰਦਾਬਾਦ। ਕਿ ਇੱਕ ਜ਼ਿੰਦਗੀ ਹੈ ਕਿ ਉਹਨੂੰ ਲੋਕਾਂ ਦੀਆਂ ਗੱਲਾਂ 'ਚ ਆ ਕੇ ਕਿ ਮੇਰੇ ਕੋਈ ਮਨ ਦੀ ਰੀਝ ਸੀ, ਮੈਨੂੰ ਉਹਨੇ ਆਹ ਕਹਿਤਾ, ਮੈਨੂੰ ਉਹਨੇ ਆਹ ਕਹਿਤਾ, ਕਿ ਮੈਂ ਪੂਰੀ ਨਹੀਂ ਕਰਨੀ। ਮਤਲਬ ਤੁਹਾਡੇ ਮਨ 'ਚ ਕੋਈ ਹੈਗਾ ਕਿ ਮੈਂ ਇੱਕ ਸੁਸਾਇਟੀ ਲਈ ਵਧੀਆ ਪੋਜ਼ੀਟਿਵ ਕੰਮ ਕਰ ਸਕਦਾ, ਕਿ ਮਤਲਬ ਆਪਣੀ ਸੁਸਾਇਟੀ ਉੱਤੋਂ ਮਤਲਬ ਕਿ ਸੇਧ ਲੈ ਸਕਦੀ ਹੈ, ਅਤੇ ਫਿਰ ਉਹਨੂੰ ਕਰਨਾ ਚਾਹੀਦਾ ਹੈ। ਕਿ ਈਵਨ ਲੋਕਾਂ ਦੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ। ਕਿ ਪਲੱਸ ਇਹ ਹੈ ਕਿ ਨੌਜਵਾਨੀ ਨੂੰ ਜੇ ਉਹ ਕਹਿੰਦੇ ਹੁੰਦੇ ਆਪਣੇ ਘਰ 'ਚ ਖਲਾਰਾ ਪਿਆ ਹੈ ਅਤੇ ਆਪਾਂ ਆਪ ਹੀ ਝਾੜੂ ਮਾਰ ਕੇ ਸਾਫ਼ ਕਰਾਂਗੇ ਤਾਂ ਹੀ ਸਾਫ਼ ਹੋਣਾ, ਈਵਨ ਉੱਦਾਂ ਨਹੀਂ ਸਾਫ਼ ਹੋਣਾ। ਅਤੇ ਜੇ ਆਪਾਂ ਕਹਿ ਦਾਂਗੇ ਸਾਡੇ ਪੋਲੀਟੀਕਲ ਲੋਕ ਕੀ ਕਰ ਰਹੇ ਆ, ਕਿ ਸਾਡੇ ਮਤਲਬ ਲੀਡਰ ਕੀ ਕਰਦੇ ਆ, ਅਸੀਂ ਉਹਨਾਂ ਬਾਰੇ ਸੋਚੀ ਜਾਵਾਂਗੇ ਫਿਰ ਹੀ ਸਾਫ਼ ਹੋਣਾ। ਮਤਲਬ ਆਪਾਂ ਨੂੰ ਆਪ ਹੀ ਸਫਾਈ ਕਰਨੀ ਪੈਣੀ ਹੈ। ਅਤੇ ਮਤਲਬ ਜੇ ਆਪਾਂ ਨਸ਼ੇ ਵਾਲਾ ਦਾਗ ਲਾਉਣਾ ਜਾਂ ਕਿਸੇ ਤਰ੍ਹਾਂ ਦਾ ਵੀ ਦਾਗ ਲਾਉਣਾ, ਨੌਜਵਾਨੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹਾਂ, ਤਾਂ ਫਿਰ ਆਪਾਂ ਨੂੰ ਮਤਲਬ ਕਿ ਕਿਤਾਬਾਂ ਨਾਲ ਜੁੜਨਾ ਪਊਗਾ, ਕਿ ਕਿਤਾਬਾਂ ਨਾਲ ਗਿਆਨ ਨਾਲ ਸਾਂਝਾ ਕਰਨਾ ਪਊਗਾ, ਕਿ ਦਿਖਾਉਣਾ ਪਊਗਾ ਕਿ ਇਹ ਪੰਜਾਬ ਦੇ ਨੌਜਵਾਨ ਉਹ ਨਹੀਂ ਹੈ, ਇਹ ਵੀ ਨੌਜਵਾਨ ਆ ਕਿ ਜਿਹੜੇ ਕਿਤਾਬਾਂ ਨਾਲ ਜੋੜਦੇ ਆ ਅਤੇ ਨਾਲ ਹੋਰਾਂ ਨੂੰ ਵੀ ਜੋੜਦੇ ਆ। ਅਤੇ ਜ਼ਿੰਦਗੀ ਨੂੰ ਮਾਣਨਾ ਚਾਹੀਦਾ, ਜ਼ਿੰਦਗੀ ਜਿੰਨਾ ਵੀ ਤੁਹਾਡੇ ਮਤਲਬ ਮਕਸਦ ਆ ਆਪਣੇ ਮਕਸਦ ਪੂਰੇ ਕਰਨੇ ਚਾਹੀਦੇ ਆ।
ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ, ਸਾਨੂੰ ਸਮਾਂ ਦਿੱਤਾ ਹੈ ਤੁਸੀਂ। ਤਾਂ ਇੱਕ ਜਿਹੜਾ ਤੁਹਾਡਾ ਉਪਰਾਲਾ ਉਹ ਵੀ ਬਹੁਤ ਚੰਗਾ ਹੈ। ਸਾਡੇ ਵੱਲੋਂ ਵੀ ਸ਼ੁਭਕਾਮਨਾਵਾਂ ਨੇ ਤੁਹਾਨੂੰ, ਰੰਗਲਾ ਟੀਵੀ ਦੇ ਵੱਲੋਂ ਵੀ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਤੁਸੀਂ ਸ਼ੁਰੂਆਤ ਕੀਤੀ ਹੈ ਇਹ ਹੁਣ ਇੱਕ ਇੱਥੋਂ ਪੰਜਾਬ ਦੇ ਵਿੱਚ ਪੂਰੇ ਆਪਾਂ ਜੇਕਰ ਗੱਲ ਕਰੀਏ ਤਾਂ ਉਹ ਫੈਲੇ। ਅਸੀਂ ਵੀ ਇਹ ਚਾਹਾਂਗੇ ਕਿਉਂਕਿ ਇਹ ਜਿਹੜੀ ਸ਼ੁਰੂਆਤ ਇੱਦਾਂ ਦੀ ਤਾਂ ਬਹੁਤ ਘੱਟ ਲੋਕ ਸੋਚਦੇ ਨੇ, ਕਿਉਂਕਿ ਹਰੇਕ ਜਿਹੜਾ ਬੰਦਾ ਸੋਚ ਰਿਹਾ ਤਾਂ ਉਹ ਕਮਾਈ ਕਰਨ ਦੇ, ਅਗਰ ਅਜੋਕੇ ਟਾਈਮ ਦੀ ਗੱਲ ਕਰੀਏ ਤਾਂ ਉਹ ਇਹ ਸੋਚ ਰਿਹਾ ਕਿ ਮੇਰਾ ਫਾਇਦਾ ਕਿਸ 'ਚ ਹੋਵੇ। ਤਾਂ ਬਾਈ ਉਹਨਾਂ ਨੇ ਇੱਥੇ ਆਪਣਾ ਫਾਇਦਾ ਨਹੀਂ ਦੇਖਿਆ, ਇਹਨਾਂ ਨੇ ਇਹ ਦੇਖਿਆ ਕਿ ਲੋਕਾਂ ਨੂੰ ਜਿਹੜੀ ਚੰਗੀ ਸਿੱਖਿਆ ਉਹ ਕਿੱਥੋਂ ਮਿਲ ਸਕਦੀ ਹੈ, ਚੰਗੇ ਵਿਚਾਰ ਕਿੱਥੋਂ ਮਿਲ ਸਕਦੇ ਆ, ਔਰ ਜਿਹੜੇ ਇੱਕ ਚੰਗਾ ਸਮਾਜ ਆਪਾਂ ਜੇਕਰ ਕਹੀਏ ਤਾਂ ਉਹ ਕਿੱਥੋਂ ਬਣ ਸਕਦਾ, ਕਿਤਾਬਾਂ ਤੋਂ ਬਣ ਸਕਦਾ। ਤਾਂ ਇਹਨਾਂ ਨੇ ਉਸ ਚੰਗਾ ਸਮਾਜ ਸਿਰਜਣ ਲਈ, ਚੰਗਾ ਸਮਾਜ ਬਣਾਉਣ ਦੇ ਲਈ ਜਿਹੜੀ ਸ਼ੁਰੂਆਤ ਕੀਤੀ ਹੈ, ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਹੋਰ ਵੀ ਬਹੁਤ ਸਾਰੇ ਨੌਜਵਾਨ ਹੋਣਗੇ ਜਿਹੜੇ ਅਜਿਹੇ ਪਾਸੇ ਨੂੰ ਤੁਰਨਗੇ। ਔਰ ਹਾਲਾਂਕਿ ਕਈ ਨੌਜਵਾਨ ਅਜਿਹੇ ਵੀ ਨੇ ਜਿਹੜੇ ਇਸ ਪਾਸੇ ਤੁਰੇ ਨੇ, ਔਰ ਬਾਈ ਉਹਨਾਂ ਦੇ ਥਰੂ ਬਹੁਤ ਬੰਦੇ ਨੇ ਜਿਹੜੇ ਇਸ ਲਾਈਨ ਦੇ ਵਿੱਚ ਆ ਚੁੱਕੇ ਨੇ, ਜਿਨ੍ਹਾਂ ਨੇ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਪਹਿਲ ਕਦਮੀ ਕੀਤੀ ਹੈ। ਔਰ ਅਸੀਂ ਚਾਹਾਂਗੇ ਕਿ ਪੰਜਾਬ ਦੇ ਵਿੱਚ ਵੀ ਅਜਿਹੀਆਂ ਹੋਰ ਪਹਿਲ ਕਦਮੀਆਂ ਹੋਣ। ਅਸੀਂ ਵੀ ਤੁਹਾਨੂੰ ਲਗਾਤਾਰ ਅਜਿਹੀਆਂ ਚੀਜ਼ਾਂ ਦਿਖਾਵਾਂਗੇ। ਤੁਹਾਨੂੰ ਵੀ ਜੇਕਰ ਇਹ ਲਾਇਬ੍ਰੇਰੀ ਚੰਗੀ ਲੱਗੀ ਹੈ, ਬਾਈ ਮਨਦੀਪ ਉਹਨਾਂ ਦੀ ਪਹਿਲ ਚੰਗੀ ਲੱਗੀ ਹੈ, ਤਾਂ ਕਮੈਂਟ ਸਾਂਝੇ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਬਾਈ ਦੀ ਜਿਹੜੀ ਸੋਚ ਆ ਉਹ ਕਿੰਨੀ ਕੁ ਚੰਗੀ ਲੱਗੀ, ਔਰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੋਈ ਵੀ ਤੁਹਾਡਾ ਮੈਸੇਜ ਹੈ ਕਿ ਨਵਾਂ ਕੀ ਹੋ ਸਕਦਾ ਹੈ, ਤਾਂ ਉਹ ਕਮੈਂਟਸ ਰਾਹੀਂ ਜ਼ਰੂਰ ਸਾਂਝਾ ਕਰਨ। ਅਸੀਂ ਵੀ ਬਾਈ ਉਹਨਾਂ ਨਾਲ ਸਾਂਝੇ ਕਰਾਂਗੇ ਉਹ ਵਿਚਾਰ ਤੁਹਾਡੇ, ਕਿ ਲੋਕਾਂ ਦਾ ਜਿਹੜਾ ਕੀ ਵਿਚਾਰ ਨੇ, ਕੀ ਚਾਹੁੰਦੇ ਨੇ ਲੋਕ। ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਤੇ ਕੈਮਰਾਮੈਨ ਅਮਨ ਨੂੰ ਦਿਓ ਇਜਾਜ਼ਤ। ਧੰਨਵਾਦ।